ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਡੀਜੀਪੀ ਸ਼ਸ਼ੀਕਾਂਤ ਜੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਬੀਐਸਐਫ ਦੇ ਮੁੱਦੇ ਤੇ। ਦਾਇਰਾ ਵਧਾਇਆ ਗਿਆ, ਇਹਦੇ ਨਾਲ ਪੰਜਾਬ ਪੁਲਿਸ ਦੀ ਤਾਕਤ ਕਿੱਥੇ ਘਟਦੀ ਹੈ, ਪੰਜਾਬ ਸਰਕਾਰ ਦੇ ਫੈਡਰਲ ਢਾਂਚੇ ਤੇ ਪੰਜਾਬ ਦੇ ਫੈਡਰਲ ਢਾਂਚੇ ਤੇ ਕਿਸ ਤਰ੍ਹਾਂ ਦਾ ਹਮਲਾ ਹੈ, ਕੇਂਦਰ ਦੀ ਨੀਅਤ ਕੀ ਹੈ, ਕਿਸ ਤਰ੍ਹਾਂ ਇਸ ਨੂੰ ਦੇਖਿਆ ਜਾਵੇ। ਸਵਾਗਤ ਹੈ ਤੁਹਾਡਾ ਸ਼ਸ਼ੀਕਾਂਤ ਜੀ। बहुत बहुत धन्यवाद ਤੁਹਾਡਾ ਜੀ। ਜੇ ਸਾਡੇ श्रोता ਹੈਗੇ ਨੇ ਵੇਖਣ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸ਼ੁਕਰੀਆ। ਕਿਸ ਤਰ੍ਹਾਂ ਸ਼ਸ਼ੀਕਾਂਤ ਜੀ, ਕੀ ਬੀਐਸਐਫ ਦੇ ਦਾਇਰੇ ਵਧਣ ਦੇ ਨਾਲ ਪੰਜਾਬ ਪੁਲਿਸ ਨੂੰ ਕੋਈ ਢਾਹ ਲੱਗਦੀ ਹੈ ਇਹਦੇ ਨਾਲ, ਜਾਂ ਪੰਜਾਬ ਪੁਲਿਸ ਦੀ ਪਹਿਲਾਂ ਭੂਮਿਕਾ ਕਿੱਦਾਂ ਦੀ ਸੀ, ਹੁਣ ਕਿੱਦਾਂ ਦੀ ਹੋਏਗੀ, ਤੇ ਬੀਐਸਐਫ ਦਾ ਦਾਇਰਾ ਵਧਣ ਦੇ ਨਾਲ ਜਿਹੜੇ ਸ਼ੰਕੇ ਜਤਾਏ ਜਾ ਰਹੇ ਨੇ ਗ੍ਰਿਫਤਾਰੀਆਂ ਦੇ, ਤਲਾਸ਼ੀਆਂ ਦੇ, ਉਹਦੇ ਬਾਰੇ ਤੁਹਾਡਾ ਕੀ ਮੰਨਣਾ? ਇਹ ਜਿਹੜਾ ਵੀ ਪ੍ਰੋਪੇਗੈਂਡਾ ਕਹਿ ਦਿਓ, ਗੱਲਾਂ ਬਾਤਾਂ ਕਹਿ ਦੀਆਂ ਨੇ, ਭਰਮ ਕਹਿ ਦਿਓ, ਜਿਹੜਾ ਵੀ ਕਹਿ ਰਹੇ ਹੈਗੇ ਉਹ ਮੈਂ ਇਹਦੇ ਨਾਲ ਇਤਫਾਕ ਨਹੀਂ ਰੱਖਣਾ ਹੈਗਾ। ਮੈਂ ਨਹੀਂ ਸਮਝਦਾ ਕਿ ਇਹ ਜਿਹੜਾ ਨੋਟੀਫਿਕੇਸ਼ਨ ਹੋਇਆ ਹੈਗਾ ਇਹਦੇ ਨਾਲ ਕੋਈ ਆਪਣੇ ਮੁਲਕ ਦਾ ਕੋਈ ਫੈਡਰਲ ਸਟਰਕਚਰ ਜਿਹੜਾ ਹੈਗਾ ਹੈ ਢਿੱਲਾ ਹੋਇਆ, ਜਾਂ ਜਿਸ ਤਰ੍ਹਾਂ ਕਹਿੰਦੇ ਨੇ ਅੱਧਾ ਪੰਜਾਬ ਜਿਹੜਾ ਹੈਗਾ ਹੈ ਇੱਕ ਪਲੈਟਰ ਦੇ ਉੱਤੇ ਰੱਖ ਕੇ ਕੇਂਦਰ ਸਰਕਾਰ ਨੂੰ ਦੇ ਦਿੱਤਾ ਗਿਆ ਹੈਗਾ ਹੈ, ਜਾਂ ਕਲੈਸ਼ ਹੋਏਗਾ ਬੀਐਸਐਫ ਅਤੇ ਪੁਲਿਸ ਦੇ ਵਿੱਚ। ਮੈਨੂੰ ਇਹਨਾਂ ਦੇ ਵਿੱਚ ਕੋਈ ਤੱਥ ਨਹੀਂ ਜਾਪਦਾ ਹੈਗਾ। ਪੂਰੀ ਗੱਲ ਕਰਨ ਤੋਂ ਪਹਿਲਾਂ ਮੈਂ ਸਿਰਫ ਇਹ ਕਹਾਂਗਾ ਕਿ ਦੇਖੋ, ਸਾਡੇ ਬਾਰਡਰ ਜਿਹੜਾ ਹੈਗਾ ਇਹਦੇ 'ਚ ਇੰਨੀ ਸਾਰੀ ਕਾਰਵਾਈ ਹੋਣ ਦੇ ਬਾਵਜੂਦ ਵੀ ਸਮਗਲਿੰਗ ਕਿਤੋਂ ਨਾ ਕਿਤੋਂ ਹੋ ਰਹੀ ਸੀ। ਹਾਲਾਂਕਿ ਪਹਿਲੇ ਥੋੜੀ ਜ਼ਰੂਰ ਘੱਟ ਹੋ ਗਈ ਸੀ, ਪਰ ਹੁਣ ਵੀ ਜਿਹੜੀ ਹੈਗੀ ਹੈ ਚੱਲ ਰਹੀ ਹੈਗੀ ਹੈ। ਮੈਂ ਹਮੇਸ਼ਾ ਇੱਕ ਚੀਜ਼ ਦੇ ਹੱਕ ਵਿੱਚ ਰਿਹਾ ਹੈਗਾ, ਉਹ ਹੈਗਾ ਮਲਟੀ ਪਾਰਟੀ ਸੁਪਰਵਿਜ਼ਨ। ਇਹਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਆਪਣੀ ਭਾਸ਼ਾ ਦੇ ਵਿੱਚ, ਜਿਹਨੂੰ ਚੈੱਕ ਐਂਡ ਬੈਲੈਂਸਿਸ ਕਹਿੰਦੇ ਹੈਗੇ ਨੇ। ਇੱਥੇ ਤੁਸੀਂ ਬੈਠੇ ਹੈਗੇ ਹੋ, ਮੈਂ ਬੈਠਾ, ਅਸੀਂ ਗੱਲਾਂ ਬਾਤਾਂ ਕਰ ਰਹੇ ਹੈਗੇ। ਤੁਸੀਂ ਵੇਖ ਰਹੇ ਹੋ ਮੈਂ ਕਿੰਨਾ ਝੂਠ ਮਾਰ ਰਿਹਾ, ਕਿੰਨਾ ਸੱਚ ਮਾਰ ਰਿਹਾ ਹੈਗਾ। ਉਹੀ ਗੱਲ ਮੈਂ ਤੁਹਾਡੇ ਉੱਤੇ ਵੇਖ ਰਿਹਾ। ਜਿੱਥੇ ਤੁਸੀਂ ਕੋਈ ਝੂਠ ਸੱਚ ਮਾਰੋਗੇ, ਮੈਂ ਤੁਹਾਨੂੰ ਫੜ ਸਕਣਾ ਹੈ। ਜੇ ਮੈਂ ਮਾਰਾਂ, ਤੁਸੀਂ ਮੈਨੂੰ ਫੜ ਸਕਦੇ ਹੈਗੇ। ਤੇ ਇਸ ਤਰ੍ਹਾਂ ਦਾ ਸੁਪਰਵਿਜ਼ਨ ਕਹਿ ਦਿਓ ਜਾਂ ਚੈੱਕ ਐਂਡ ਬੈਲੈਂਸਿਸ ਕਹਿ ਦਿਓ, ਇੱਕ ਦੂਜੇ ਤੇ ਨਿਗਰਾਨੀ ਕਹਿ ਦਿਓ, ਇਹ ਬਹੁਤ ਹੀ ਜ਼ਰੂਰੀ ਹੈਗਾ ਹੈ ਕਿਸੇ ਵੀ ਡੈਮੋਕ੍ਰੈਟਿਕ ਢਾਂਚੇ ਦੇ ਵਿੱਚ। ਤਾਂ ਕਿਸੇ ਵੀ ਸੰਸਥਾ ਨੂੰ ਕੋਈ ਇਸ ਤਰ੍ਹਾਂ ਦਾ ਪੂਰੀ ਛੂਟ ਨਾ ਮਿਲ ਜਾਏ ਕਿ ਉਹ ਜਿਹੜਾ ਕਰਨਾ ਚਾਹੁੰਦੇ ਨੇ ਕਰਨ, ਤੇ ਉਹਨਾਂ ਦਾ ਕੋਈ ਕੰਟਰੋਲ ਕਰਨ ਵਾਲਾ, ਰੋਕਣ ਵਾਲਾ ਕੋਈ ਨਹੀਂ ਹੈਗਾ। ਹੁਣ ਮੈਂ ਆਉਣਾ ਹੈਗਾ ਜਿਹੜੀ ਗੱਲ ਪਹਿਲੇ ਨੋਟੀਫਿਕੇਸ਼ਨ ਦੀ ਹੈਗੀ ਹੈ। ਇਹ ਨੋਟੀਫਿਕੇਸ਼ਨ ਦੀ ਕਾਪੀ ਮੇਰੇ ਕੋਲ ਹੈਗੀ ਹੈ। ਇਹ ਸਿਰਫ 3 ਲਾਈਨ ਦਾ ਨੋਟੀਫਿਕੇਸ਼ਨ ਹੈਗਾ, ਸਿਰਫ 3 ਲਾਈਨ ਦਾ। ਔਰ ਇਹ ਨੋਟੀਫਿਕੇਸ਼ਨ ਕਹਿੰਦਾ ਹੈਗਾ ਕਿ the whole of areas यानी कि मणिपुर, मिजोरम, त्रिपुरा, नागालैंड, मेघालय ਅਤੇ ਯੂਨੀਅਨ ਟੈਰੀਟੋਰੀਜ਼ ਆਫ ਜੰਮੂ ਕਸ਼ਮੀਰ ਐਂਡ ਲੱਦਾਖ ਪੂਰੇ ਤੌਰ ਤੇ ਬੀਐਸਐਫ ਦੇ ਕਾਰਜਖੇਤਰ ਵਿੱਚ ਆਉਣਗੀਆਂ। ਇਹਦਾ ਮਤਲਬ ਹੈਗਾ ਕਿ ਉੱਥੇ ਪੂਰਾ ਜਿਹੜੇ ਕਿ ਉਹਨਾਂ ਦੀ ਡਿਊਟੀਆਂ ਪੰਜਾਬ ਵਿੱਚ ਕਹਿ ਰਹੇ ਹੈਗੇ ਨੇ ਉੱਥੇ ਪੂਰੀ ਹੋਣਗੀਆਂ। ਇਹਦੇ ਇਲਾਵਾ ਸਟੇਟਸ ਆਫ ਗੁਜਰਾਤ, ਰਾਜਸਥਾਨ, ਪੰਜਾਬ, ਵੈਸਟ ਬੰਗਾਲ, ਅਸਾਮ, ਇਹਦੇ 'ਚ 50 ਕਿਲੋਮੀਟਰ ਜਿਹੜਾ ਕਿ ਬਾਰਡਰ ਦੇ ਨਾਲ ਲੱਗਦਾ ਹੋਇਆ ਪੂਰਾ ਇਲਾਕਾ ਹੈਗਾ। ਆਈਬੀ ਇੰਟਰਨੈਸ਼ਨਲ ਬਾਰਡਰ ਜਿਹਨੂੰ ਕਹਿੰਦੇ ਉਹਦੇ ਨਾਲ ਲੱਗਦਾ ਹੋਇਆ ਇਲਾਕਾ ਹੈਗਾ। ਅਬ ਇਹਦੀ ਜ਼ਰੂਰਤ ਕਿਵੇਂ ਪਈ? ਲੋਕੀ ਕਹਿੰਦੇ ਹੈਗੇ ਕਿ ਸਾਡਾ ਮੁੱਖ ਮੰਤਰੀ ਚੰਨੀ ਦਿੱਲੀ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਉੱਥੇ ਜ਼ਿਆਦਾ ਵਿਜੀਲੈਂਸ ਦੀ ਲੋੜ ਹੈਗੀ ਹੈ। ਉਹਨਾਂ ਨੇ ਜਿਹੜੀ ਗੱਲਬਾਤ ਕਹੀ ਉੱਥੇ ਜਾ ਕੇ, ਮੇਰਾ ਦਿਮਾਗ ਜਿੱਥੇ ਤੱਕ ਕੰਮ ਕਰਦਾ ਹੈ, ਉਹਨਾਂ ਨੇ ਇਹ ਕਿਹਾ, ਇਹ ਸਮਝ ਕੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਇਲੈਕਸ਼ਨਸ ਆ ਰਹੇ ਹੈਗੇ ਨੇ ਅਤੇ ਇਨ ਇਲੈਕਸ਼ਨਾਂ ਦੇ ਵਿੱਚ ਡਰੱਗਸ ਦਾ ਮੁੱਦਾ ਫਿਰ ਇੱਕ ਬਹੁਤ ਹੀ ਵੱਡੇ ਮੁੱਦੇ ਦੇ ਤੌਰ ਤੇ ਸਾਹਮਣੇ ਆਏਗਾ। ਇਹਦੀ ਭੂਮਿਕਾ ਜਿਹੜੀ ਹੋਏਗੀ ਫਿਰ ਤਾਂ ਬੜੀ ਇੰਪੋਰਟੈਂਟ ਹੋਏਗੀ। ਤੇ ਨੈਚੁਰਲੀ ਜੋ ਵੀ ਸਰਕਾਰ ਇੱਥੇ ਆਂਦੀ ਹੈਗੀ ਉਹ ਕੋਸ਼ਿਸ਼ ਕਰਦੀ ਹੈਗੀ ਕਿੰਨੀ ਸਫਲ ਹੈਗੀ, ਕਿੰਨੀ ਸਫਲ ਨਹੀਂ ਹੈਗੀ ਹੈ। ਪਹਿਲੇ ਅਕਾਲੀ ਸਰਕਾਰ ਸੀ, ਫਿਰ ਕੈਪਟਨ ਦੀ ਸਰਕਾਰ ਸੀ, ਉਹ ਇਹਨਾਂ ਦੀ ਸਰਕਾਰ ਹੈਗੀ ਹੈ। ਸਾਰਿਆਂ ਨੇ ਆਪਣੀ ਆਪਣੀ ਜਿੰਨੀ ਵੀ ਹੋ ਸਕਦੀ ਸੀ ਕੋਸ਼ਿਸ਼ ਕੀਤੀ ਕਿ ਸਮਗਲਿੰਗ ਜਿਹੜੀ ਹੈਗੀ ਇਹਨੂੰ ਥੋੜਾ ਠੱਲ ਪਏ, ਇਹਦੇ ਵਿੱਚ ਥੋੜਾ ਕੰਟਰੋਲ ਹੋਏ। ਕਿੰਨੇ ਸਫਲ ਹੋਏ, ਕਿੰਨੇ ਸਫਲ ਨਹੀਂ ਹੋਏ, ਕਿੰਨੀ ਇੰਟੈਂਟ ਸੀ, ਕਿੰਨੀ ਇੰਟੈਂਟ ਨਹੀਂ ਸੀ, ਉਹ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਨੇ ਡਿਸਕਸ਼ਨ ਦੀ ਹੈਗੀਆਂ ਨੇ। ਕੋਈ ਬੰਦਾ ਕੁਛ ਵੀ ਗੱਲ ਕਰ ਸਕਦਾ। ਹੁਣ ਅਸੀਂ ਗੱਲ ਕਰੀਏ ਕਿ ਇਹ ਕਾਨੂੰਨ ਜਿਹੜਾ ਹੈਗਾ ਇਹਨੂੰ ਲਾਉਣ ਦੀ, ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਹੈਗਾ ਹੈ, ਜਿੱਥੇ ਮੇਰੀ ਦਿੱਲੀ ਗੱਲ ਵੀ ਹੋਈ ਆਪਣੇ ਮਿੱਤਰਾਂ ਦੇ ਨਾਲ, ਉਹਨਾਂ ਦਾ ਵੀ ਇਹ ਵਿਚਾਰ ਹੈਗਾ ਹੈ। ਇਹਨੂੰ ਲਿਆਉਣ ਦਾ ਕਾਰਨ, ਸਾਰਿਆਂ ਤੋਂ ਵੱਡਾ ਕਾਰਨ ਹੈਗਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਡਰੋਨਾਂ ਦਾ ਉਪਯੋਗ ਹੋਇਆ ਹੈਗਾ ਹੈ ਪੰਜਾਬ ਦੇ ਵਿੱਚ ਤਸਕਰੀ ਕਰਨ ਦਾ, ਚਾਹੇ ਪੰਜਾਬ ਦੇ ਵਿੱਚ ਡਰੱਗਸ ਲਿਆਉਣ ਦਾ, ਆਰਮਸ ਐਮੂਨੀਸ਼ਨ, ਕੁਛ ਵੀ ਲਿਆਉਣ ਦਾ, ਸਾਰਿਆਂ ਤੋਂ ਵੱਡਾ ਇਹਦਾ ਰੋਲ ਇਹ ਹੈਗਾ ਹੈ। ਇਹ ਡਰੋਨ ਜਿਹੜੇ ਹੈਗੇ ਨੇ ਆਮ ਤੌਰ ਤੇ ਕੁਝ ਉਚਾਈ ਦੇ ਨਾਲ ਲਾ ਕਰਕੇ ਲੈਂਡ ਕਰਦੇ ਹੈਗੇ ਨੇ। ਜਿਹੜੇ ਡਰੋਨ ਇੱਥੇ ਸਾਡੇ ਬਾਰਡਰ ਤੇ ਇਸਤੇਮਾਲ ਹੋਏ ਹੈਗੇ ਨੇ ਕੋਈ ਬਹੁਤ ਚੰਗੀ ਕੁਆਲਿਟੀ ਦੇ ਐਕਸਪੈਂਸਿਵ ਡਰੋਨਸ ਨਹੀਂ ਹੈਗੇ ਨੇ। ਇਹ ਚੰਗੀ ਵੈਰਾਈਟੀ ਦੀ
ਐਕਸਪੈਂਸਿਵ ਡਰੋਨਸ ਦੀ ਗੱਲ ਕਰੋ, ਤੁਸੀਂ ਵੇਖਿਆ ਹੋਣਾ ਹੈ ਕਿ ਕੁਝ ਦਿਨ ਪਹਿਲੇ ਇੱਕ ਦੋਸ਼ ਲੱਗਿਆ ਸੀ ਕਿ ਅਮਰੀਕਾ ਨੇ ਈਰਾਨ ਦੇ ਕਿਸੇ ਵੱਡੇ ਅਧਿਕਾਰੀ ਨੂੰ ਡਰੋਨ ਰਾਹੀਂ ਮਾਰ ਦਿੱਤਾ ਸੀ, ਜਾਂ ਡਰੋਨਾਂ ਦੇ ਨਾਲ ਅਟੈਕ ਅਫਗਾਨਿਸਤਾਨ ਦੇ ਕਾਫੀ ਅੰਦਰੂਨੀ ਇਲਾਕੇ ਤੱਕ ਕੀਤਾ ਸੀ। ਦੇ ਆਰ ਐਕਸਪੈਂਸਿਵ ਡਰੋਨਸ, ਦੇ ਆਰ ਆਰਟ ਸਟੇਟ ਆਫ ਆਰਟ ਡਰੋਨਸ। ਇਹ ਜਿਹੜੇ ਡਰੋਨਸ ਹੈਗੇ ਨੇ ਬਹੁਤ ਹੀ ਦੇ ਜਸਟ ਓਕੇ। ਇਹਨਾਂ ਦਾ ਜਿਹੜਾ ਕਾਰਜ ਖੇਤਰ ਹੁੰਦਾ ਹੈ ਉਡਾਨ ਦੀ ਤੁਸੀਂ ਗੱਲ ਕਰੋ, ਇਹ ਆਮ ਤੌਰ ਤੇ ਆਉਂਦੀ ਹੈਗੀ ਹੈ 30 ਕਿਲੋਮੀਟਰ, 40 ਕਿਲੋਮੀਟਰ, 45 ਕਿਲੋਮੀਟਰ ਇਸ ਤਰ੍ਹਾਂ ਦੀ ਹੁੰਦੀ ਹੈਗੀ ਹੈ, ਜਿਹਦੇ ਰਾਹੀਂ ਆਉਂਦਾ ਸੀ। ਯਾਨੀ ਕਿ BSF ਦੇ ਬਾਰਡਰ ਦਾ ਜਿਹੜਾ 15 ਕਿਲੋਮੀਟਰ ਦਾ ਖੇਤਰ ਸੀ ਉਹਨੂੰ ਲੰਘ ਕੇ, ਉਹਨੂੰ ਪਾਰ ਕਰਕੇ ਪੰਜਾਬ ਦੇ ਵਿਚਕਾਰ ਉਹਨਾਂ ਦੇ ਕਾਰਜ ਖੇਤਰ ਤੋਂ ਪਿੱਛੇ ਜਾ ਸਕਦੇ ਸੀ ਜੀ। ਸਪੋਜ਼ਿੰਗਲੀ ਮੈਂ ਨੌਕਰੀ ਦੇ ਵਿੱਚ ਸੀ ਪਹਿਲੇ, ਤੇ ਹੁਣ ਤੇ ਰਿਟਾਇਰ ਹੋ ਗਿਆ ਹੈਗਾ। ਮੇਰਾ ਕਾਰਜ ਖੇਤਰ ਸਪੋਜ਼ਿੰਗਲੀ ਇੱਕ ਸ਼ਹਿਰ ਦਾ ਸੀ, ਇੱਕ ਜ਼ੋਨ ਦਾ ਸੀ, ਇੱਕ ਫਿਕਸਡ ਇਲਾਕੇ ਦਾ ਸੀ। ਪਟਿਆਲਾ ਕਹਿ ਦਿਓ, ਜਲੰਧਰ ਕਹਿ ਦਿਓ, ਅੰਮ੍ਰਿਤਸਰ ਕਹਿ ਦਿਓ, ਕੁਝ ਵੀ ਕਹਿ ਦਿਓ। ਬਾਕੀ ਇਲਾਕਿਆਂ ਜਿਹੜਾ ਕੁਝ ਹੋ ਰਿਹਾ ਸੀ, ਜੇ ਮੈਂ ਅੰਮ੍ਰਿਤਸਰ 'ਚ ਪੋਸਟਡ ਹੈਗਾ ਤਾਂ ਪਟਿਆਲੇ 'ਚ ਕੀ ਹੋ ਰਿਹਾ ਸੀ ਮੇਰਾ ਉਹਦੇ ਨਾਲ ਕੋਈ ਸਾਰੋਕਾਰ ਨਹੀਂ ਸੀ, ਕਿ ਮੇਰਾ ਉਹਦੇ ਨਾਲ ਕੋਈ ਉੱਥੇ ਮੇਰਾ ਜੁਰਿਸਡਿਕਸ਼ਨ ਹੀ ਨਹੀਂ ਸੀ। ਤੇ ਹੁਣ ਇਹ ਗੱਲ ਆ ਰਹੀ ਕਿ BSF ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਡਰੋਨ ਜਿਹੜੇ ਹੈਗੇ ਨੇ ਸਾਡੇ ਕਾਰਜ ਖੇਤਰ ਤੋਂ ਬਾਹਰ ਜਾ ਕੇ ਲੈਂਡ ਕਰ ਰਹੇ ਹੈਗੇ ਨੇ, ਅਸੀਂ ਸਾਨੂੰ ਉਸ ਇਲਾਕੇ ਦੇ ਵਿੱਚ ਜਾ ਕਰਕੇ ਕਾਰਵਾਈ ਕਰਨ ਦੀ ਕੋਈ ਪਾਵਰ ਨਹੀਂ ਹੈਗੀ ਹੈ, ਅਥੋਰਾਈਜ਼ੇਸ਼ਨ ਨਹੀਂ ਹੈਗਾ ਹੈ। ਇਹ ਮੁੱਦਾ ਉਹਨਾਂ ਨੇ BSF ਵਾਲਿਆਂ ਨੇ ਰੇਜ਼ ਕੀਤਾ। ਇੱਕ ਗੱਲ ਤੇ ਇਹ ਹੋ ਗਈ ਕਿ ਜਿੰਨੀ ਇਸ ਵੇਲੇ ਇਹਦੀ ਜੋ ਪਹੁੰਚ ਹੈਗੀ ਹੈ, ਇਹ ਜਿਹੜੇ ਡਰੋਨਸ ਆ ਰਹੇ ਨੇ ਉਸ ਇਲਾਕੇ ਤੱਕ BSF ਨੂੰ ਤੁਸੀਂ ਕਾਰਜ ਖੇਤਰ ਦੇ ਦਿਓ, ਨੰਬਰ 1। ਦੂਜੀ ਗੱਲ ਜਿਹੜੀ ਆਉਂਦੀ ਹੈਗੀ ਹੈ ਸਰਚ ਤੇ ਸੀਜ਼ਰ ਵਗੈਰਾ ਦੀ। ਇਹ ਸਾਰਿਆਂ ਨੂੰ ਪਤਾ ਹੈਗਾ ਕਿ ਇੰਟਰਨੈਸ਼ਨਲ ਬਾਰਡਰ ਜਿਹੜਾ ਹੁੰਦਾ ਹੈਗਾ ਉਹਦੇ ਆਲੇ ਦੁਆਲੇ ਕਾਫੀ ਸੇਫ ਹਾਊਸਿਸ ਬਣ ਜਾਂਦੇ ਨੇ। ਸੇਫ ਹਾਊਸਿਸ ਦਾ ਮਤਲਬ ਹੁੰਦਾ ਹੈ ਇਸ ਤਰ੍ਹਾਂ ਦੀ ਸੇਫ ਪਲੇਸਿਸ ਜਿੱਥੇ ਕਿ ਹੌਟ ਪਰਸੂਟ ਜਿਹਨੂੰ ਕਹਿੰਦੇ ਨੇ, ਕਿ ਕੋਈ ਬੰਦਾ ਆਇਆ, ਕੋਈ ਹਥਿਆਰ ਆਇਆ, ਕੋਈ ਅਸਲਾ ਆਇਆ, ਕੋਈ ਡਰੱਗਸ ਆਏ, ਜਿਨ੍ਹਾਂ ਨੂੰ ਉੱਤੇ ਰੱਖ ਕੇ ਠੰਡਾ ਕੀਤਾ ਜਾ ਸਕਦਾ ਹੈ। ਕਿਉਂਕਿ ਇੱਕ ਅੰਦੇਸ਼ਾ ਤਾਂ ਹਮੇਸ਼ਾ ਰਹਿੰਦਾ ਹੈਗਾ ਕਿ ਜਿਹੜਾ ਵੀ ਖੇਪ ਆ ਰਹੀ ਹੈਗੀ ਹੈ ਉਹਦਾ ਕੋਈ ਨਾ ਕੋਈ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਪੁਲਿਸ ਜਾਂ ਕਿਸੇ ਹੋਰ ਏਜੰਸੀ ਦੇ ਕੋਲ ਤੇ ਜਾ ਹੀ ਸਕਦੀ ਹੈਗੀ ਹੈ, ਤੇ ਉੱਥੇ ਲਿਆ ਕੇ ਉਹਨੂੰ ਤੁਸੀਂ ਰੱਖ ਦਿਓ, ਚਾਹੇ ਬੰਦਾ ਹੈਗਾ, ਚਾਹੇ ਹਥਿਆਰ ਹੈਗਾ, ਚਾਹੇ ਡਰੱਗਸ ਹੈਗੇ ਨੇ। 1 2 3 ਜਿੰਨਾ ਤੁਸੀਂ ਉਹਨੂੰ ਕੂਲ ਡਾਊਨ ਕਰਨਾ ਚਾਹੁੰਦੇ ਹੋ ਕਰ ਲਿਓ। ਉਹਦੇ ਬਾਅਦ ਵੇਖ ਲਿੱਤਾ ਕਿ ਹਾਂ ਹੁਣ ਸ਼ਾਂਤੀ ਹੈਗੀ, ਇਹਦਾ ਕੋਈ ਰੌਲਾ ਨਹੀਂ ਪਿਆ, ਤੇ ਇਹਨੂੰ ਹੌਲੀ ਜਿਹੀ ਅੱਗੇ ਕੱਢ ਦਿਓ। ਇਹ ਹੁੰਦਾ ਹੈਗਾ ਰੋਲ ਸੇਫ ਹਾਊਸਿਸ ਦਾ। ਅਬ ਜਦੋਂ ਡਰੋਨਸ ਆਣੇ ਸ਼ੁਰੂ ਹੋਏ, 30 ਕਿਲੋਮੀਟਰ ਚਲੇ ਗਏ, 35 ਕਿਲੋਮੀਟਰ ਚਲੇ ਗਏ, ਜਿੰਨੇ ਵੀ ਜਾ ਰਹੇ ਹੈਗੇ ਨੇ, ਸਿੱਧੀ ਖੇਪ ਉੱਥੇ ਜਾ ਰਹੀ ਹੈਗੀ ਹੈ। ਤੇ ਨੈਚੁਰਲੀ ਮੈਂ ਫਾਰਮਰ ਇੰਟੈਲੀਜੈਂਸ ਦਾ ਬੰਦਾ ਰਹਿ ਚੁੱਕਿਆ ਹਾਂ, ਭਾਰਤ ਸਰਕਾਰ ਦੇ ਵਿੱਚ ਵੀ ਕੰਮ ਕੀਤਾ ਹੈ, ਪੰਜਾਬ ਦੇ ਵਿੱਚ ਕੰਮ ਕੀਤਾ ਹੈਗਾ, ਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਅਸਮਾਜਿਕ ਤੇ ਤੱਤਵ ਹੈਗੇ ਨੇ, ਜਿਹੜੇ ਇਸ ਤਰ੍ਹਾਂ ਦੇ ਅਨਸਰ ਹੈਗੇ ਨੇ, ਉਹਨਾਂ ਨੇ ਪ੍ਰੋਬਬਲੀ ਉੱਥੇ ਵੀ ਜਿਹੜਾ ਤੱਕ ਡਰੋਨ ਜਾਂਦਾ ਹੈਗਾ ਉੱਥੇ ਤੱਕ ਵੀ ਉਹਨਾਂ ਨੇ ਆਪਣੇ ਸੇਫ ਹਾਊਸਿਸ ਬਣਾ ਲਏ। ਪਿਛਲੇ ਦਿਨਾਂ ਤੁਸੀਂ ਪੜ੍ਹਿਆ ਹੋਣਾ ਹੈਗਾ ਕਿ ਕੁਝ ਤਰਨਤਾਰਨ ਦੇ ਅਗਲੇ ਸਿਰੇ ਤੱਕ ਜਿਹੜੇ ਹੈਗੇ ਨੇ ਚਲੇ ਗਏ ਸੀ ਡਰੋਨਸ। ਉਹਦੇ ਬਾਅਦ ਪੁਲਿਸ ਦੀ ਤਲਾਸ਼ ਜਾਰੀ ਹੋਈ ਸੀ ਕਿੱਥੇ ਛੁਪਾਏ ਹੈਗੇ ਨੇ, ਕਿੱਥੇ ਨਹੀਂ ਛੁਪਾਏ ਹੈਗੇ ਨੇ, ਤੇ ਸੈਕੰਡ ਰੋ ਆਫ ਸੇਫ ਹਾਊਸਿਸ ਜਿਹੜੀ ਹੈਗੀ ਉਹ ਵੀ ਆ ਗਈ ਹੈਗੀ। ਤੀਜਾ ਕਾਰਨ ਕਿ ਜਦੋਂ 15 ਕਿਲੋਮੀਟਰ ਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਉਸ ਵੇਲੇ, 10 ਵਰੇ ਪਹਿਲੇ ਜਾਂ 15 ਵਰੇ ਪਹਿਲੇ ਜਿੰਨੀ ਵੀ ਹੈਗੀ ਹੈ, ਉਸ ਵੇਲੇ ਸਾਡੇ ਪੰਜਾਬ ਦਾ ਜਿਹੜਾ ਰੋਡ ਨੈਟਵਰਕ ਹੈਗਾ ਹੈ ਤੇ ਦੂਜਾ ਜਿਹੜਾ ਹੈਗਾ ਉਹ ਨੈਚੁਰਲੀ ਉਨਾ ਚੰਗਾ ਨਹੀਂ ਸੀ, ਸੜਕਾਂ ਉਨੀ ਚੰਗੀਆਂ ਨਹੀਂ ਸਨ। ਹੁਣ ਤੇ ਹਾਲਾਤ ਇਹ ਹੈਗੇ ਨੇ, ਤੁਸੀਂ ਬਾਰਡਰ ਤੇ ਬੈਠੋ, ਮੇਰਾ ਵੀ ਪਿੰਡ ਬਿਲਕੁਲ ਬਾਰਡਰ ਤੇ ਪੈਂਦਾ ਹੈਗਾ, ਰਾਈਟ ਔਨ ਦਾ ਬਾਰਡਰ, ਉੱਥੇ ਬੈਠੋ ਮੋਟਰਸਾਈਕਲ ਤੇ ਬੈਠੋ, ਗੱਡੀ ਦੇ ਵਿੱਚ ਫਟਾਕ ਕਰਕੇ ਤੁਸੀਂ ਕਿਤੇ ਤੱਕ ਪੁੱਜ ਸਕਦੇ ਹੈਗੇ ਹੋ। ਅਗੇਨ ਇਸ ਕਰਕੇ ਵੀ ਇਹ ਜਿਹੜਾ ਹੈਗਾ ਡਰੱਗਸ ਦਾ ਮੂਵਮੈਂਟ ਥੋੜਾ ਸੌਖਾ ਹੋ ਰਿਹਾ ਸੀ। ਇਹ ਜਿਹੜਾ ਨੋਟੀਫਿਕੇਸ਼ਨ ਆਇਆ ਹੈਗਾ ਇਹਦਾ ਮਤਲਬ ਇਹ ਹੈਗਾ ਕਿ BSF ਹੁਣ ਉਸ ਇਲਾਕਿਆਂ ਦੇ ਵਿੱਚ ਵੀ ਕੰਟਰੋਲ ਆਪਣਾ ਸੁਪਰਵਿਜ਼ਨ ਹੈਗਾ। ਪਰ ਕਦੇ ਵੀ ਇਹ ਨੋਟੀਫਿਕੇਸ਼ਨ ਜਿਹੜਾ ਹੈਗਾ ਅੱਜ ਦੀ ਤਾਰੀਖ ਦੇ ਵਿੱਚ ਇਹ ਸਿਰਫ 3 ਲਾਈਨ ਦਾ ਨੋਟੀਫਿਕੇਸ਼ਨ ਹੈਗਾ ਜਿਹੜਾ ਮੈਂ ਪੜ੍ਹਿਆ ਹੈਗਾ। ਅਜੇ ਇਹਦਾ ਪੂਰਾ ਫਰੇਮਵਰਕ ਜਿਹੜਾ ਹੈਗਾ ਹੈ, ਢਾਂਚਾ ਜਿਹੜਾ ਹੈਗਾ ਹੈ, ਉਹ ਸਾਰਾ ਸਾਹਮਣੇ ਆਣਾ ਹੈ। ਅਜੇ ਤੱਕ ਜਿਹੜੀ ਗੱਲਾਂ ਬਾਤਾਂ ਆ ਰਹੀਆਂ ਨੇ ਉਹਦੇ ਵਿੱਚ ਤੇ ਇਹ ਹੈਗਾ ਕਿ BSF ਦੇ ਕੋਲ ਪਾਵਰਾਂ ਹੋਣਗੀਆਂ ਸਿਰਫ ਲਿਮਿਟਿਡ ਟੂ ਜਿਹੜਾ ਟਰਾਂਸ ਬਾਰਡਰ ਮੂਵਮੈਂਟ ਹੁੰਦਾ ਹੈਗਾ, ਬੰਦੇ ਆਉਂਦੇ ਜਾਂਦੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਸਮਗਲਰ ਕਹਿ ਦਿਓ, ਸਪਾਈ ਰੰਗ ਨੈਟਵਰਕ ਕਹਿ ਦਿਓ, ਕੁਛ ਵੀ ਕਹਿ ਦਿਓ। ਦੂਜਾ ਜਿਹੜਾ ਹੈਗਾ ਕਿ ਕੋਈ ਇਨਫੋਰਮੇਸ਼ਨ ਆ ਗਈ ਕਿਤੇ ਸੇਫ ਹਾਊਸ ਦੇ ਵਿੱਚ ਡਰੱਗ ਪਈਆਂ ਨੇ, ਉਹਨਾਂ ਦੀ ਸਰਚ ਐਂਡ ਸੀਜ਼ਰ ਵਗੈਰਾ। ਪਾਸਪੋਰਟ ਐਕਟ ਆ ਗਿਆ, ਜਦੋਂ ਬੰਦੇ ਬਾਹਰ ਆਉਂਦੇ ਉਹਨਾਂ ਪਾਸਪੋਰਟ ਐਕਟ, ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਹੱਕ ਦੇਣ ਦੀ ਸੰਭਾਵਨਾ ਹੈਗੀ। ਹਾਲਾਂਕਿ ਡਿਟੇਲ ਨੋਟੀਫਿਕੇਸ਼ਨ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਅਜੇ ਤੱਕ ਨਹੀਂ ਆਇਆ ਹੈਗਾ। ਜਦੋਂ ਨੋਟੀਫਿਕੇਸ਼ਨ ਆਏਗਾ ਉਹਦੇ ਵੇਖਣ ਦੀ ਗੱਲ ਇਹ ਵੀ ਹੋਏਗੀ ਕਿ
ਭਾਰਤ ਸਰਕਾਰ ਦਾ ਨੋਟੀਫਿਕੇਸ਼ਨ ਕਹਿੰਦਾ ਹੈਗਾ ਕਿ ਇਹ ਜਿਹੜੇ ਕਾਰਜ ਖੇਤਰ ਇਹਨਾਂ ਨੂੰ ਦਿੱਤਾ ਗਿਆ ਹੈ, ਸਰਚ ਦਾ, ਸੀਜ਼ਰ ਦਾ, ਬੰਦਿਆਂ ਨੂੰ ਅਰੈਸਟ ਕਰਨ ਦਾ, ਵਟਐਵਰ ਇਟ ਇਜ਼, ਉਹਦੇ 'ਚ ਕੀ ਕਹਿੰਦੀ ਕਿ ਪੁਲਿਸ ਦਾ ਕੋਈ ਰੋਲ ਹੋਏਗਾ ਕਿ ਨਹੀਂ ਹੋਏਗਾ। ਮੈਨੂੰ ਨਹੀਂ ਜਾਪਦਾ ਕਿ ਕੋਈ ਪੰਜਾਬ ਪੁਲਿਸ ਨੂੰ ਰੋਕ ਸਕਦਾ ਹੈਗਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀ ਹੈਗੀ ਹੈ ਉਹਦੇ 'ਚ ਉਹ ਅੱਖ ਮੀਟ ਲੈਣ। ਮੈਨੂੰ ਨਹੀਂ ਜਾਪਦਾ ਉਹਦੇ 'ਚ ਇਸ ਤਰ੍ਹਾਂ ਹੋਏਗਾ। ਪਰ ਜਿਹੜੇ ਵੀ ਇਹਦੇ ਕ੍ਰਿਟਿਕ ਹੈਗੇ ਨੇ, ਜਿਹੜਾ ਇਹਦਾ ਕ੍ਰਿਟਿਸਿਜ਼ਮ ਹੋ ਰਿਹਾ ਹੈ, ਉਹਨਾਂ ਨੂੰ ਬੇਨਤੀ ਹੈਗੀ ਹੈ ਥੋੜਾ ਜਿਹਾ ਵੇਟ ਕਰ ਲਿਓ। ਅਜੇ 3 ਲਾਈਨ ਦਾ ਨੋਟੀਫਿਕੇਸ਼ਨ ਹੈਗਾ, ਦਾ ਢਾਂਚਾ ਤਾਂ ਬਣਿਆ ਨਹੀਂ ਹੈਗਾ, ਇਹ ਸਿਰਫ ਸੁਪਰ ਸਟਰਕਚਰ ਹੈਗਾ, ਬਾਕੀ ਸਾਰਾ ਭਰਿਆ ਜਾਣਾ ਹੈਗਾ। ਜਦੋਂ ਉਹ ਆਏਗਾ ਉਹਨੂੰ ਅਸੀਂ ਸਾਰੇ ਜਿਹੜੇ ਬੰਦੇ ਹੈਗੇ ਨੇ, ਚਾਹੇ ਲਾਅ ਹੈਗੇ ਨੇ, ਚਾਹੇ ਪੋਲੀਟੀਸ਼ੀਅਨਸ ਹੈਗੇ ਨੇ, ਜੋ ਵੀ ਹੈਗੇ ਨੇ, ਜਰਨਲਿਸਟ ਹੈਗੇ ਨੇ, ਆਮ ਜਨਤਾ ਹੈਗੀ ਹੈ, ਸਾਰੇ ਉਹਨਾਂ ਨੂੰ ਵੇਖਣਗੇ ਕਿ ਉਹਦੇ ਵਿੱਚ ਕਿਹੜੀ ਕਿਹੜੀ ਪਾਵਰਾਂ ਦਿੱਤੀ ਜਾਂਦੀਆਂ ਨੇ, ਕਿ ਪੰਜਾਬ ਪੁਲਿਸ ਦੇ ਹੱਕ ਤੇ ਜਿਹੜਾ ਉਹਨਾਂ ਦਾ ਜੋ ਰੋਲ ਹੈਗਾ ਉਹਦੇ ਤੋਂ ਬਾਹਰ ਆ ਜਾਣਗੇ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ ਕਾਰਵਾਈ ਕਰ ਹੀ ਨਹੀਂ ਸਕਦੀ। ਇਹ ਜੀ ਵੇਖਣ ਦੀ ਗੱਲ। ਦੂਜੀ ਗੱਲ ਬਿਲਕੁਲ। ਇਹਦੇ 'ਚ ਇੱਕ ਹੋਰ ਹੈਗੀ ਹੈ, ਜੇ ਕਰਕੇ ਇਹ ਪਾਵਰਾਂ BSF ਨੂੰ ਦਿੱਤੀ ਗਈਆਂ ਹੈਗੀਆਂ ਨੇ, BSF ਦਾ ਰੋਲ ਅਜੇ ਤੱਕ ਸਿਰਫ ਇੱਕ ਬਾਰਡਰ ਮੈਨੇਜਮੈਂਟ ਏਜੰਸੀ ਦੇ ਤੌਰ ਤੇ ਸੀ, ਇੱਕ ਸਪੈਸ਼ਲਾਈਜ਼ਡ ਬਾਰਡਰ ਮੇਨਟੇਨੈਂਸ ਏਜੰਸੀ। ਉਹਨਾਂ ਦੇ ਕੋਲ ਜਦੋਂ ਬੰਦੇ ਫੜੇ ਜਾਂਦੇ ਸੀ, ਜੋ ਹੁੰਦਾ ਸੀ ਉਹ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੰਦੇ ਸੀ, ਕਿਉਂਕਿ ਪੰਜਾਬ ਪੁਲਿਸ ਦੇ ਕੋਲ ਐਜੂਕੇਸ਼ਨ ਹੈਗੀ ਹੈ, ਟ੍ਰੇਨਿੰਗ ਹੈਗੀ ਹੈ, ਵੇਖਣ ਲਈ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕਰਨਾ ਹੈਗਾ, ਕਿਸ ਤਰ੍ਹਾਂ ਕੇਸ ਡਾਇਰੀ ਲਿਖੀ ਜਾਣੀ ਹੈਗੀਆਂ ਨੇ, ਕਿਸ ਤਰ੍ਹਾਂ ਪ੍ਰੋਸੀਕਿਊਸ਼ਨ ਹੋਣਾ ਹੈਗਾ। ਹਾਲਾਂਕਿ ਦੁੱਖ ਦੀ ਗੱਲ ਹੈਗੀ ਹੈ ਕਿ ਉਹਦੇ ਵਿੱਚ ਵੀ ਕਨਵਿਕਸ਼ਨ ਰੇਟਸ ਜਿਹੜੀਆਂ ਸਨ ਬੜੀ ਡਿਸਮਲ ਸਨ, ਬੜੀ ਹੀ ਖਰਾਬ ਸਨ। BSF ਨੂੰ ਤਾਂ ਇਹਦੀ ਕੋਈ ਟ੍ਰੇਨਿੰਗ ਹੈ ਨਹੀਂ, ਇਹਦੀ ਵੀ ਟ੍ਰੇਨਿੰਗ ਜਦੋਂ ਦਿੱਤੀ ਜਾਏਗੀ ਵੀਲ ਹੈਵ ਟੂ ਸੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਬਿਲਕੁਲ CBI ਸਾਡੇ ਭਾਰਤ ਵਿੱਚ ਹੈਗੀ ਹੈ, ਉਹਨੂੰ ਇੱਕ ਪੁਲਿਸ ਸਟੇਸ਼ਨ ਵੀ ਘੋਸ਼ਿਤ ਕੀਤਾ ਗਿਆ, ਕਿਉਂਕਿ ਅਰੈਸਟ ਦੀ ਪਾਵਰਾਂ ਜਿਹੜੀ ਹੈਗੀਆਂ ਨੇ ਇੱਕ ਇਸ ਤਰ੍ਹਾਂ ਦੀ ਏਜੰਸੀ ਦੇ ਕੋਲ ਹੁੰਦੀਆਂ ਨੇ ਜਿਹਦੇ ਕੋਲ ਪੁਲਿਸ ਪਾਵਰ ਵੀ ਹੋਣ, ਉਹਨਾਂ ਨੂੰ ਦਿੱਤੀ ਗਈ ਹੈ। ਕੀ ਪੁਲਿਸ ਪਾਵਰ ਵੀ BSF ਨੂੰ ਦਿੱਤੀ ਜਾਣਗੀਆਂ, ਆਉਣ ਵਾਲਾ ਨੋਟੀਫਿਕੇਸ਼ਨ ਉਹ ਵੀ ਵੇਖੇਗਾ। ਤਾਂ ਇਹ ਸਾਰੀ ਗੱਲਾਂ ਜਿਹੜੀ ਹੈਗੀਆਂ ਨੇ, ਜਿਵੇਂ ਤੁਹਾਨੂੰ ਇੱਕ ਛੋਟੇ ਤਰੀਕੇ ਦੇ ਨਾਲ ਪੂਰਾ ਦੱਸ ਦਿੱਤਾ ਹੈਗਾ ਕਿ 3 ਲਾਈਨ ਦਾ ਨੋਟੀਫਿਕੇਸ਼ਨ ਹੈਗਾ, ਪੂਰਾ ਨੋਟੀਫਿਕੇਸ਼ਨ ਆ ਜਾਏ, ਰੈਸਟ ਅਸ਼ੋਰਡ ਕੋਈ ਵੀ ਪੰਜਾਬੀ ਇਸ ਵੱਲੋਂ ਅੱਖ ਆਪਣੀ ਬੰਦ ਨਹੀਂ ਕਰੇਗਾ। ਜਿਹੜਾ ਵੀ ਆਏਗਾ ਉਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਉਹਨੂੰ ਵੇਖਿਆ ਜਾਏਗਾ ਕਿ ਕੀ ਪੰਜਾਬ ਦੇ ਹਿੱਤ ਜਿਹੜੇ ਹੈਗੇ ਨੇ ਕਿ ਉਹਨਾਂ ਦੇ ਕਿਸ ਹੱਦ ਤੱਕ ਉਹਦੀ ਜਿਹੜੀ ਹੈਗੀ ਹੈ ਵਾਇਲੇਸ਼ਨ ਹੁੰਦਾ ਹੈਗਾ, ਔਰ ਪੰਜਾਬ ਦੇ ਹਿੱਤਾਂ ਦੇ ਵਾਇਲੇਸ਼ਨ ਲਈ ਕੋਈ ਵੀ ਪੰਜਾਬੀ ਜਿਹੜਾ ਹੈਗਾ ਉਹਨੂੰ ਮਨਜ਼ੂਰ ਨਹੀਂ ਕਰੇਗਾ। ਜੀ ਬਿਲਕੁਲ। ਇੱਕ ਸ਼ਸ਼ੀਕਾਂਤ ਜੀ, ਗੱਲ ਏਦਾਂ ਕਿ ਜਦੋਂ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੀ ਉਹਨਾਂ ਡਰੋਨ ਨੂੰ ਰੋਕਣ ਦੇ ਲਈ BSF ਤੇ ਸੁਰੱਖਿਆ ਏਜੰਸੀਆਂ ਦੀ ਤਾਕਤ ਉੱਥੇ ਵਧਾਉਣ ਦੀ ਲੋੜ ਨਹੀਂ ਸੀ ਕਿ ਜੈਮਰ ਇਹੋ ਜਿਹਾ ਪ੍ਰਬੰਧ ਕਿ ਜਿਵੇਂ ਬਾਰਡਰ ਨੂੰ ਸੀਲ ਕਰਨ ਦੀ ਗੱਲ ਹੁੰਦੀ ਸੀ ਕਿ ਉੱਥੇ ਤਾਕਤ ਵਧਾਈ ਜਾਂਦੀ ਬਜਾਏ ਇਸਦੇ ਕਿ ਤੁਸੀਂ ਘੇਰਾ ਵਧਾ ਰਹੇ ਹੋ? ਏਦਾਂ ਨਹੀਂ ਸੀ ਹੋ ਸਕਦਾ? ਨਾਲੋਂ ਨਾਲ ਪੰਜਾਬ ਪੁਲਿਸ, ਪੰਜਾਬ ਸਰਕਾਰ ਨੂੰ ਕਹਿ ਦਿੱਤਾ ਜਾਂਦਾ ਕਿ ਪੰਜਾਬ ਪੁਲਿਸ ਨੂੰ ਵੀ ਜਵਾਬਦੇਹ ਬਣਾਇਆ ਜਾਵੇ ਕਿ ਬਾਰਡਰ ਤੋਂ ਪਾਰ ਨਸ਼ਾ ਕਿਵੇਂ ਆ ਰਿਹਾ, 15 ਕਿਲੋਮੀਟਰ ਦੇ ਦਾਇਰੇ ਤੇ ਨਹੀਂ ਰੋਕ ਲੱਗ ਸਕੀ ਤੇ 50 ਕਿਲੋਮੀਟਰ ਤੇ ਕਿੱਦਾਂ ਲੱਗ ਜਾਏਗੀ? ਪੰਜਾਬ ਪੁਲਿਸ ਹਮੇਸ਼ਾ ਹੀ ਇਸ ਬਾਰੇ ਜਿਹੜੀ ਹੈਗੀ ਉਹਨਾਂ ਦਾ ਹੱਕ ਰਿਹਾ ਹੈਗਾ, ਉਹਨਾਂ ਦੀ ਜਵਾਬਦੇਹੀ ਰਹੀ ਹੈਗੀ, ਕਿਸ ਤਰੀਕੇ ਨਾਲ BSF ਦੇ ਨਾਲ ਜਵਾਬਦੇਹੀ ਰਹੀ ਹੈ, ਕਿਸ ਤਰੀਕੇ ਨਾਲ ਇਹ ਸਮਗਲਿੰਗ ਹੋ ਰਹੀ ਹੈਗੀ ਹੈ, ਕਿਸ ਤਰੀਕੇ ਨਾਲ ਸਮਗਲਿੰਗ ਹੋਈ ਤੇ ਫਿਰ ਕਿਹੜੇ ਸੇਫ ਹਾਊਸਿਸ ਦੇ ਵਿੱਚ ਛੁਪਾਇਆ ਗਿਆ ਸੀ, ਉਤੋਂ ਕਿੰਨੇ ਉੱਥੇ ਛੁਪਾਇਆ, ਕਿੰਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤਾ, ਕਿੰਨੇ ਉਹ ਜਿਹੜਾ ਆਇਆ ਹੈਗਾ ਸਮਾਨ, ਉਹਦੀ ਨੈਚੁਰਲੀ ਮੁਫਤ ਦੇ ਵਿੱਚ ਤੇ ਡਰੱਗਸ ਨਹੀਂ ਆਉਂਦੀ ਹੈਗੀਆਂ ਨੇ ਨਾ, ਪੇਮੈਂਟ ਕਰਨਾ ਪੈਂਦਾ ਹੈ। ਕਿੰਨੇ ਪੇਮੈਂਟ ਕੀਤਾ ਸੀ ਉਹਦਾ, ਔਰ ਪੇਮੈਂਟ ਜਿਹੜਾ ਹੈਗਾ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹਮੇਸ਼ਾ ਡਰੱਗਸ ਹੋ ਗਏ, ਆਰਮਸ ਐਮੂਨੀਸ਼ਨ ਵਗੈਰਾ ਜਿਹੜੇ ਹੋ ਗਏ, ਇਹਨਾਂ ਦਾ ਪੇਮੈਂਟ ਹਮੇਸ਼ਾ ਇੱਕ ਐਡਵਾਂਸ ਦੇ ਵਿੱਚ ਹੁੰਦਾ ਹੈਗਾ। ਇਹ ਕੋਈ ਦੁਕਾਨ ਨਹੀਂ ਹੈਗੀ ਹੈ ਕਿ ਸਮਾਨ ਆ ਗਿਆ ਆਪਣੇ ਦੁਕਾਨ ਤੇ ਰੱਖ ਦਿੱਤਾ, ਜਦੋਂ ਵੇਚਿਆ ਜਾਏਗਾ ਵਿਕ ਜਾਏਗਾ ਤੇ ਉਹਦੇ ਬਾਅਦ ਪੇਮੈਂਟ ਜਿਹੜਾ ਹੈਗਾ ਜਿੰਨੇ ਸਮਾਨ ਬਣਾਇਆ ਸੀ ਉਹਦੇ ਕੋਲ ਚਲਾ ਜਾਏਗਾ। ਇਸ ਤਰ੍ਹਾਂ ਦਾ ਸਿਸਟਮ ਤੇ ਨਹੀਂ ਹੈਗਾ, ਇੱਥੇ ਸਾਰਾ ਐਡਵਾਂਸ ਪੇਮੈਂਟ ਹੁੰਦਾ। ਇਹ ਸਾਰੀ ਗੱਲਾਂ ਹੋਣੀਆਂ ਸਨ ਜਿਹਦੇ 'ਚ ਪਾਰਟਲੀ ਰੋਲ BSF ਦੀ ਸੀ, ਪਾਰਟਲੀ ਰੋਲ ਪੰਜਾਬ ਪੁਲਿਸ ਦਾ ਸੀ। ਬਦਕਿਸਮਤੀ ਦੀ ਗੱਲ ਇਹ ਹੈਗੀ ਹੈ ਕਿ ਪੰਜਾਬ ਪੁਲਿਸ ਔਰ BSF ਅਕਸਰ ਇੱਕ ਦੂਜੇ ਤੇ ਦੋਸ਼ ਲਾਉਂਦੇ ਰਹਿੰਦੇ ਸੀ ਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਹੈਗੀ ਹੈ, ਉਹਨਾਂ ਦੀ ਰਿਸਪੌਂਸਿਬਿਲਿਟੀ ਹੈਗੀ ਹੈ ਕਿ ਅਸੀਂ ਨਹੀਂ ਕਰ ਸਕਦੇ। ਹੁਣ ਜਦੋਂ ਇਹ ਏਰੀਆ ਵਧਾਇਆ ਗਿਆ ਹੈ, ਔਰ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਜਿਹੜਾ ਇਹਦੇ ਡਿਟੇਲਸ ਜਿਹੜੇ ਭਰੇ ਜਾਣੇ ਹੈਗੇ ਨੇ ਨੋਟੀਫਿਕੇਸ਼ਨ ਦੇ ਵਿੱਚ, ਉਹਦੇ ਬਾਅਦ ਸਪਸ਼ਟ ਹੋਏਗਾ ਤਾਂ ਉਹਦੇ ਬਾਅਦ ਅਸੀਂ ਚਾਹੇ BSF ਹੈਗੀ ਹੈ, ਚਾਹੇ ਪੰਜਾਬ ਪੁਲਿਸ ਜਿਹੜੀ ਹੈਗੀ ਉਹਨਾਂ ਦੀ ਹੋਰ ਜਵਾਬਦੇਹੀ ਲਿਆਂਗੇ। ਦੂਜੀ ਗੱਲ ਕੀਤੀ ਸੀ ਤੁਸੀਂ ਡਰੋਨਸ ਵਗੈਰਾ, ਇਹ ਡਰੋਨ ਜਿਹੜੇ ਹੈਗੇ ਨੇ ਇਹਨਾਂ ਨਾਲ ਇਹ ਮਾਰਨਾ ਤੇ ਹਵਾ ਦੇ ਵਿੱਚ ਆ ਰਹੇ ਹੈਗੇ ਨੇ, ਮਾਰਨਾ ਹੈ ਜਿਸ ਤਰ੍ਹਾਂ ਕਿ ਜ਼ਮਾਨੇ ਦੇ ਵਿੱਚ
ਹੁਣੇ ਵੀ ਹੈਗੀਆਂ ਨੇ। ਜੇ ਹਵਾਈ ਜਹਾਜ਼ ਆਉਂਦੇ ਨੇ ਉਹਨਾਂ ਦੇ ਲਈ ਐਂਟੀ ਏਅਰਕ੍ਰਾਫਟ ਗਨਸ ਹੈਗੀਆਂ ਨੇ ਕਿ ਹਵਾਈ ਜਹਾਜ਼ 'ਚ ਕੋਈ ਆਉਂਦਾ ਹੈਗਾ ਉਹ ਐਂਟੀ ਏਅਰਕ੍ਰਾਫਟ ਗਨ ਨਾਲ ਉਹਨੂੰ ਡਿਮੋਲਿਸ਼ ਕਰ ਦਿਓ, ਮਾਰ ਦਿਓ। ਅਬ ਹੁਣ ਇਹ ਹੈਗਾ ਕਿ ਡਰੋਨ ਦੇਖਣਾ ਪਏਗਾ ਡਰੋਨ ਦੀ ਸਪੀਡ ਕੀ ਹੈਗੀ ਹੈ ਕਿ ਜੀ ਜੇ ਕਰਕੇ BSF ਨੂੰ ਮਿਲਦਾ ਵੀ ਹੈਗਾ ਹੈ ਆਪਣਾ ਇਸ ਤਰ੍ਹਾਂ ਦਾ ਇਕਵਿਪਮੈਂਟ ਜਿਹੜਾ ਕਿ ਬਾਰੇ ਗੱਲਬਾਤ ਹੋ ਰਹੀ ਕਿ ਦਿੱਤਾ ਜਾਏਗਾ। ਬਦਕਿਸਮਤੀ ਦੀ ਗੱਲ ਹੈ ਕਿ ਅਜੇ ਤੱਕ ਇਸ ਤਰ੍ਹਾਂ ਦਾ ਇਕਵਿਪਮੈਂਟ BSF ਨੂੰ ਜਿੱਥੇ ਤੱਕ ਮੈਨੂੰ ਪਤਾ ਨਹੀਂ ਦਿੱਤਾ ਗਿਆ। ਜਿਸ ਤਰ੍ਹਾਂ ਡਰੋਨ ਆਇਆ ਉਹਦੀ ਖਬਰ ਮਿਲੀ ਕਿ ਜੀ ਹਾਂ ਡਰੋਨ ਆ ਰਿਹਾ ਹੈਗਾ, ਉਸ ਵੇਲੇ ਫੌਰਨ ਹੀ ਆਪਣੀ ਬੰਦੂਕਾਂ ਜਿਹੜੀ ਵੀ ਹੈਗੀਆਂ ਨੇ ਉਸ ਮਾਰ ਦੀਆਂ ਕਿ ਉਸ ਤੱਕ ਮਾਰ ਕਰ ਸਕਣ। ਉਹਨਾਂ ਨੂੰ ਇੱਕਦਮ ਤਿਆਰ ਕਰਨ 'ਚ 2 4 5 ਮਿੰਟ ਤੇ ਲੱਗਦੇ ਹੈਗੇ ਨੇ। ਉਹਦੇ 'ਚ ਉਹ ਅੱਗੇ ਤੋਂ ਅੱਗੇ ਜਾ ਸਕਦਾ। ਇਟਸ ਆਲਵੇਜ਼ ਬੈਟਰ ਕਿ ਤੁਸੀਂ ਇੱਕ ਸੇਫ ਡਿਸਟੈਂਸ ਲਿਓ। ਜਿਸ ਤਰ੍ਹਾਂ ਚਾਂਦਮਾਰੀ ਹੁੰਦੀ ਹੈ, ਤੁਸੀਂ ਸੁਣਿਆ ਹੋਣਾ ਚਾਂਦਮਾਰੀ ਜਿਹਦੇ 'ਚ ਕਲੇ ਪਿਜਨਸ ਛੱਡੇ ਜਾਂਦੇ ਨੇ। ਇੱਕ ਡਿਸਕ ਹੁੰਦੀ ਹੈਗੀ ਹੈ ਮਿੱਟੀ ਦੀ, ਉਹ ਛੱਡੀ ਜਾਂਦੀ ਹੈਗੀ ਹੈ ਕਿ ਉਹਨੂੰ ਮਾਰੋ। ਉਹਦੇ ਵਿੱਚ ਜਿਹੜਾ ਨਿਸ਼ਾਨਾ ਲਾਉਣ ਵਾਲਾ ਬੰਦਾ ਹੈਗਾ ਉਹ ਇਹੀ ਹੁੰਦਾ ਜਦੋਂ ਕਲੇ ਪਿਜਨ ਗਿਆ ਕੁਝ ਦੂਰੀ ਹੈਗੀ ਹੈ ਜਿੱਥੇ ਕਿ ਉਹਨੂੰ ਇੱਕ ਕਰੈਕਟ ਪੂਰਾ ਵਜਨ ਮਿਲ ਰਿਹਾ ਹੈਗਾ, ਉੱਥੇ ਮਾਰ ਸਕਦਾ ਹੈਗਾ। ਜਦੋਂ ਛੋੜਦਾ ਹੈਗਾ ਉਸ ਵੇਲੇ ਨੈਚੁਰਲੀ ਉਹਨੂੰ ਮਾਰਨਾ ਔਖਾ ਹੈਗਾ। ਔਰ ਜਦੋਂ ਕੋਈ ਵੀ ਚੀਜ਼ ਉਲਟੀ ਹੈਗੀ ਹੈ ਸ਼ੁਰੂ ਦੇ ਵਿੱਚ ਉਹਦੀ ਸਪੀਡ ਥੋੜੀ ਘੱਟ ਹੁੰਦੀ ਹੈ, ਵੱਧ ਹੁੰਦੀ ਹੈਗੀ, ਬਾਅਦ ਦੇ ਵਿੱਚ ਥੋੜੀ ਘੱਟ ਹੁੰਦੀ ਜਾਂਦੀ ਹੈ। ਤੇ ਇਹ ਜਿਹੜਾ ਇੱਕ ਨਿਸ਼ਾਨਾ ਲਾਉਣ ਵਾਲੀ ਗੱਲ ਹੈਗੀ ਹੈ ਇਹਦੇ ਜਿੰਨਾ ਥੋੜਾ ਜਿਹਾ ਡਿਸਟੈਂਸ ਜ਼ਿਆਦਾ ਹੋ ਜਾਂਦਾ ਹੈਗਾ ਤੇ ਮੈਂ ਸਮਝਦਾ ਹੈਗਾ ਕਿ ਉਹਦੇ ਉੱਤੇ ਮਾਰ ਕਰਨਾ, ਉਹ ਕਲੇ ਪਿਜਨ ਜਾਂ ਡਰੋਨ ਤੇ ਮਾਰ ਕਰਨਾ ਥੋੜਾ ਜਿਹਾ ਆਸਾਨ ਹੋ ਜਾਂਦਾ। ਤੀਜੀ ਗੱਲ ਤੁਸੀਂ ਕਹੀ, ਅਨਫੋਰਚੂਨੇਟਲੀ ਮੈਂ ਇਸ ਗੱਲ ਨਾਲ ਪੂਰਾ ਐਗਰੀ ਕਰਨਾ ਹੈਗਾ ਹੈ ਕਿ BSF ਅਤੇ ਪੰਜਾਬ ਪੁਲਿਸ ਦੋਵੇਂ ਦੀ ਦੋਵਾਂ ਜਿਹੜੀ ਸਾਡਾ ਡਰੱਗਸ ਉੱਥੋਂ ਆਉਂਦੇ ਸਨ, ਹਥਿਆਰ ਜਿਹੜੇ ਆਉਂਦੇ ਸੀ, ਇਹਨਾਂ ਨੂੰ 100% ਕੰਟਰੋਲ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਰਹੀਆਂ। ਇਹਦੇ ਵਿੱਚ ਹਮੇਸ਼ਾ ਮੈਂ ਕਿਹਾ ਹੈਗਾ ਹੈ ਕਿ ਪੰਜਾਬ ਦੇ ਵਿੱਚ ਸਾਡੇ ਇੱਕ ਨੈਕਸਸ ਹੈਗਾ ਹੈ ਸਿਕਿਉਰਿਟੀ ਏਜੰਸੀਜ਼, ਜਿਹਦੇ ਵਿੱਚ BSF ਵੀ ਆ ਜਾਂਦੀ ਹੈਗੀ ਹੈ, ਪੰਜਾਬ ਪੁਲਿਸ ਵੀ ਆ ਜਾਂਦੀ ਹੈਗੀ ਹੈ, ਕੁਝ ਹੋਰ ਜਿਹੜੇ ਉਹਨਾਂ ਦੇ ਸਮਗਲਰਸ ਹੈਗੇ ਨੇ ਉਹ ਵੀ ਆ ਜਾਂਦੇ ਹੈਗੇ ਨੇ, ਫੋਰਸਿਸ ਆ ਗਈ, ਸਮਗਲਰਸ ਆ ਗਏ, ਅਤੇ ਸਮ ਪਰਸਨਸ ਕੋਈ ਇਸ ਤਰ੍ਹਾਂ ਦੇ ਬੰਦੇ ਜਿਹੜਾ ਕਿ ਇਸ ਪੂਰਾ ਜਿਹੜਾ ਇਲਿਸਿਟ ਟ੍ਰੇਡ ਜਿਹੜਾ ਹੈਗਾ ਇਹਨੂੰ ਫਾਈਨੈਂਸ ਕਰਦੇ ਹੈਗੇ ਨੇ। ਜਿਵੇਂ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਕਿ ਹੱਟੀ ਨਹੀਂ ਹੈਗੀ ਹੈ ਕਿ ਸਮਾਨ ਲਾ ਕੇ ਬੰਦੇ ਨੇ ਉੱਥੇ ਰੱਖ ਦਿੱਤਾ ਤੇ ਜਦੋਂ ਵਿਕ ਜਾਏਗਾ ਤਾਂ ਉਹਦਾ ਪੇਮੈਂਟ ਕਰਾਂਗਾ। ਇਹ ਇੰਟਰਨੈਸ਼ਨਲ ਕਾਨੂੰਨ ਜਿਹਾ ਹੈ, ਅਨਫੋਰਚੂਨੇਟ ਇੰਟਰਨੈਸ਼ਨਲ ਕਾਨੂੰਨ ਜਿਹਾ ਹੈਗਾ ਸਮਗਲਰਸ ਦੇ ਵਿਚਕਾਰ ਕਿ ਜਿਹੜੀ ਵੀ ਖੇਪ ਆਏਗੀ ਉਹਦਾ ਪੇਮੈਂਟ ਜਿਹੜਾ ਹੈਗਾ that has to be done in advance। ਉਹਨੂੰ ਐਡਵਾਂਸ ਦੇ ਵਿੱਚ ਉਹਦਾ ਪੇਮੈਂਟ ਕਰਨਾ ਪੈਂਦਾ ਹੈਗਾ। ਇਸ ਤਰ੍ਹਾਂ ਦੀ ਇੱਕ ਰਵਾਇਤ ਜੀ ਚੱਲ ਰਹੀ ਹੈਗੀ। ਮੇਰੇ ਖਿਆਲ ਇਹ ਜਿਹੜੇ ਤੁਸੀਂ 2-3 ਪੁਆਇੰਟ ਰੇਜ਼ ਕੀਤੇ ਸੀ ਮੇਰੇ ਖਿਆਲ ਉਹਦੇ 'ਚ ਮੈਂ ਸ਼ਾਇਦ ਜਵਾਬ ਦਿੱਤਾ ਹੈਗਾ। ਜੇ ਕੋਈ ਐਡੀਸ਼ਨਲ ਪੁਆਇੰਟ ਰਹਿ ਗਿਆ ਹੈਗਾ ਬੇਨਤੀ ਕਰਾਂਗਾ। ਜੀ 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 ਮੈਂ ਸ਼ਸ਼ੀਕਾਂਤ ਜੀ, ਤੁਸੀਂ ਜਦੋਂ ਡਰੱਗ ਮਨੀ ਦੀ ਗੱਲ ਕਰਦੇ ਹੋ ਕਿ ਪਹਿਲਾਂ ਪੇਮੈਂਟ ਕਰਨੀ ਪੈਂਦੀ ਹੈ, ਇੰਟਰਨੈਸ਼ਨਲ ਕਾਨੂੰਨ ਹੈ, ਇਹਦੇ ਉੱਤੇ ਸੁਰੱਖਿਆ ਏਜੰਸੀਆਂ ਕਿਉਂ ਨਹੀਂ ਨਜ਼ਰ ਰੱਖ ਰਹੀਆਂ ਕਿ ਇਹ ਡਰੱਗ ਮਨੀ ਕੀ ਵਿਦੇਸ਼ਾਂ ਜ਼ਰੀਏ ਦਿੱਤੀ ਜਾਂਦੀ ਆ, ਕਿਸੇ ਹੋਰ ਮੁਲਕ ਜ਼ਰੀਏ, ਜਾਂ ਜੇ ਪੰਜਾਬ ਵੱਲੋਂ ਜਾ ਰਹੀ ਹੈ ਤਾਂ ਕਿਹੜੇ ਖਾਤਿਆਂ ਦੇ ਥਰੂ ਜਾਂਦੀ ਹੈ? ਕਿਉਂਕਿ ਜੇ ਇੱਕ ਫੋਨ ਕਾਲ ਵੀ ਕੋਈ ਸ਼ੱਕੀ ਪਾਕਿਸਤਾਨ ਤੋਂ ਇੱਧਰ ਜਾਂ ਇੱਧਰੋਂ ਪਾਕਿਸਤਾਨ ਜਾਂਦੀ ਆ ਤਾਂ ਕਿਸੇ ਨਾ ਕਿਸੇ ਸਮੇਂ ਉਹਦੇ ਬਾਰੇ ਖੁਲਾਸੇ ਹੋ ਜਾਂਦੇ ਨੇ। ਅੱਜ ਤੱਕ ਕਿਸੇ ਡਰੱਗ ਮਨੀ ਬਾਰੇ, ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਹੀ ਪੇਮੈਂਟ ਹੋ ਜਾਂਦੀ ਹੈ, ਨਾ ਕਦੇ ਪੰਜਾਬ ਪੁਲਿਸ ਨੇ ਇਹਦੇ ਬਾਰੇ ਕੋਈ ਖੁਲਾਸਾ ਕੀਤਾ, ਨਾ ਸ਼ਾਇਦ BSF ਨੇ ਕੀਤਾ ਕਿ ਡਰੱਗ ਮਨੀ ਕੌਣ, ਕਿਵੇਂ, ਕਿਹੜੇ ਤਰੀਕੇ ਦੇ ਨਾਲ ਭੇਜ ਰਿਹਾ। ਦੇਖੋ ਇਹਦੇ 'ਚ ਗੱਲ ਜਿਹੜੀ ਹੈਗੀ ਇਹਦੇ 'ਚ ਪੰਜਾਬ ਪੁਲਿਸ ਨੂੰ ਉਹਨਾਂ ਦੋਸ਼ ਨਹੀਂ ਦਿਆਂਗਾ ਕਿਉਂਕਿ ਟ੍ਰਾਂਜੈਕਸ਼ਨ ਜਿਹੜੇ ਹੁੰਦੇ ਨੇ ਆਮ ਤੌਰ ਤੇ ਹੁੰਦੇ ਹੈਗੇ ਨੇ ਆਨਲਾਈਨ ਹੋ ਗਏ, ਹਵਾਲਾ ਟ੍ਰੇਡਿੰਗ ਹੋ ਗਈ, ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਹੈਗੀਆਂ ਨੇ ਉਹਦੇ ਉੱਥੋਂ ਹੁੰਦਾ ਹੈਗਾ। ਇਹਦੇ 'ਚ ਰੋਲ ਜ਼ਿਆਦਾ ਬਣਦਾ ਹੈਗਾ ਸੈਂਟਰਲ ਏਜੰਸੀਜ਼ ਦਾ, ਜਿਹਦੇ 'ਚ ਤੁਸੀਂ ED ਕਹਿ ਦਿਓ, ਸਾਡਾ ਹੋਰ ਜਿਹੜੀ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਨੇ ਰੱਬ ਜਾਣੇ ਕਿੰਨੀ ਹੈਗੀਆਂ ਨੇ। ਮੇਰੇ ਜ਼ਮਾਨੇ 'ਚ ਘੱਟ ਹੁੰਦੀਆਂ ਤੇ ਹੁਣ ਤੇ ਮੈਂ ਸੁਣਿਆ ਹੈਗਾ ਕਿ ਟੋਕਰੇ ਭਰ ਕੇ ਏਜੰਸੀਆਂ ਹੋ ਗਈਆਂ ਹੈਗੀਆਂ ਨੇ। ਇਹ ਨਾਕਾਮੀ ਵੀ ਜਿਹੜੀ ਹੋਈ ਹੈਗੀ ਹੈ ਔਰ ਗੱਲ ਸਾਡੀ ਕਹਿੰਦੇ ਨੇ ਇੰਟਰਨੈਸ਼ਨਲ ਏਜੰਸੀਜ਼ ਕਿ ਉਹਨਾਂ ਦੇ ਨਾਲ ਉਹਨਾਂ ਇੰਟਰਪੋਲ ਦੇ ਨਾਲ ਵੀ ਉਹਨਾਂ ਦਾ ਸੰਬੰਧ ਹੈਗਾ, ਦੂਜੇ ਮੁਲਕ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਹੈਗਾ। ਔਰ ਜਿਹੜਾ ਇਹ ਮਨੀ ਲਾਂਡਰਿੰਗ ਹੁੰਦੀ ਹੈਗੀ ਹੈ ਇਹ ਤੇ ਪੂਰਾ ਇੱਕ ਇੰਟਰਨੈਸ਼ਨਲ ਐਗਰੀਮੈਂਟਸ ਹੈਗੇ ਨੇ ਕਿ ਕਿਸੇ ਇਲਾਕੇ, ਕਿਸੇ ਦੇਸ਼ ਦੇ ਵਿੱਚ ਜਿਹੜੀ ਡਰੱਗ ਟ੍ਰੇਡ ਆਪਣਾ ਦਿਸ ਯੋਰ ਮਨੀ ਲਾਂਡਰਿੰਗ ਹੋ ਰਹੀ ਹੈਗੀ, ਉਹਦਾ ਇੱਕ ਹੁੰਦਾ ਹੈ ਕਿ ਟੂ ਇਨਫੋਰਮ ਦਾ ਐਕਸਚੇਂਜ ਦਾ ਇਨਫੋਰਮੇਸ਼ਨ। ਇਸ ਦੇ ਵਿੱਚ ਦੁੱਖ ਦੀ ਗੱਲ ਹੈਗੀ ਹੈ ਕਿ ਸਾਡੀ ਸੈਂਟਰਲ ਏਜੰਸੀਜ਼ ਵੀ ਟੋਟਲੀ ਫੇਲ ਹੋਈਆਂ ਨੇ। ਇੰਟਰਸੈਪਸ਼ਨ ਲਾਂਡਰਿੰਗ ਮਨੀ ਦਾ ਸ਼ਾਇਦ ਨਾ ਤੇ BSF ਦੇ ਕੋਲ ਉਨੀ ਕਾਬਲੀਅਤ ਹੈਗੀ ਹੈ, ਨਾ ਹੀ ਪੰਜਾਬ ਪੁਲਿਸ ਦੇ ਕੋਲ ਜਾਂ ਕਿਸੇ ਹੋਰ ਸਟੇਟ ਪੁਲਿਸ ਦੇ ਕੋਲ ਇਨੀ ਕਾਮਯਾਬ ਪਾਵਰ ਹੈਗੀ ਹੈ ਜਾਂ ਐਕਸਪਰਟੀਜ਼ ਹੈਗੀ, ਐਕਸਪਰਟੀਜ਼ ਹੈਗੀ ਹੈ। ਇਹਦੇ 'ਚ ਸਿਰਫ ਸੈਂਟਰਲ ਏਜੰਸੀਜ਼ ਜਿਹੜੀਆਂ ਹੈਗੀਆਂ ਨੇ ਉਹ ਕਰ ਸਕਦੀਆਂ ਨੇ। ਬੜੀ ਬਥੇਰੀਆਂ ਹੈਗੀਆਂ ਨੇ, ਕਸਟਮ ਹੈਗੀ ਹੈ, ED ਹੈਗੀ ਹੈ,
DRI ਹੈਗੀ ਹੈ, ਮਿਲਟਰੀ ਇੰਟੈਲੀਜੈਂਸ ਹੈਗੀ ਹੈ, BSF ਦੀ ਆਪਣੀ ਵੀ ਇੰਟੈਲੀਜੈਂਸ ਹੈਗੀ ਹੈ ਦਿੱਲੀ ਦੇ ਵਿੱਚ, ਜਿਹੜਾ G ਬ੍ਰਾਂਚ ਕਹਿੰਦੇ ਹੈਗੇ, ਲਾਸ ਆਫ ਥਿੰਗਸ। ਮੈਂ ਸਮਝਦਾ ਇਹ ਸਾਰੀ ਜਿਹੜੀ ਹੈਗੀ ਨੇ ਉਹਨਾਂ ਦੇ ਵੱਲੋਂ ਇੱਕ ਨਾਕਾਮਯਾਬੀ ਹੈਗੀ, ਇੱਕ ਸ਼ਰਮਨਾਕ ਨਾਕਾਮਯਾਬੀ ਹੈਗੀ ਹੈ ਕਿ ਇਸ ਤਰ੍ਹਾਂ ਦੀ ਇੰਟਰਨੈਸ਼ਨਲ ਡਰੱਗ ਮਨੀ ਦੀ ਜਿਹੜੇ ਲਾਂਡਰਿੰਗ ਚੇਨ ਹੈਗੀ ਹੈ ਉਹਨਾਂ ਨੂੰ ਅੱਜ ਤੱਕ ਐਕਸਪੋਜ਼ ਨਹੀਂ ਕਰ ਸਕੇ। ਜਦੋਂ ਪੰਜਾਬ ਸਰਕਾਰ ਗੱਲ ਕਰਦੀ ਹੈ ਕਿ ਸਿਕਿਉਰਿਟੀ BSF ਜਿਹੜੀ ਲਾਉਣੀ, ਉਹਦਾ ਦਾਇਰਾ ਵਧਾਉਣਾ, ਉਹਦੇ ਨਾਲ ਪੰਜਾਬ ਦੇ ਸੰਘੀ ਢਾਂਚੇ ਤੇ ਫੈਡਰਲਿਜ਼ਮ ਦੇ ਉੱਤੇ ਹਮਲਾ ਆ, ਪਰ ਜਦੋਂ ਇਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਦਾਖਲੇ ਦੀ ਗੱਲ ਕਰਦੇ ਨੇ ਕਿ ਉੱਥੇ ਉਹਨਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਸਾਨੂੰ ਜ਼ਰੂਰਤ ਹੈ, ਉੱਤੇ ਨਸ਼ਾ ਜਾਂ ਉੱਤੇ ਗੈਂਗਸਟਰਵਾਦ ਉਹਨੂੰ ਕੰਟਰੋਲ ਕਰਨ ਦੇ ਲਈ, ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਫਿਰ ਜੇਲ੍ਹਾਂ ਦੇ ਵਿੱਚ ਲੋੜ ਕਿਉਂ ਪੈਂਦੀ ਆ? ਉਹ ਤਾਂ ਦਾਇਰਾ ਤੁਸੀਂ ਦੇਖ ਲਓ ਕਿ ਲੁਧਿਆਣੇ ਤੱਕ ਕਿੱਥੇ ਤੱਕ ਪਹੁੰਚਿਆ ਹੋਇਆ। ਕਿਉਂਕਿ ਤੁਸੀਂ ਪਹਿਲੇ ਮੈਂ ਗੱਲ ਕਰਾਂਗਾ ਕਿ ਜਿਹੜੀ ਫੈਡਰਲਿਜ਼ਮ ਦਾ ਢਾਂਚਾ ਹੈਗਾ ਉਹਦੇ ਬਾਰੇ। ਲਾਅ ਐਂਡ ਆਰਡਰ ਜਿਹੜਾ ਹੈਗਾ ਬੇਸਿਕਲੀ ਸਟੇਟ ਸਬਜੈਕਟ ਹੈਗਾ, ਜਿਹਨੂੰ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿ ਆਪਣੇ ਕਨਸਟੀਟਿਊਸ਼ਨ ਦੇ ਵਿੱਚ 3 ਪਾਵਰਾਂ ਹੈਗੀਆਂ ਨੇ। ਸੈਂਟਰਲ ਪਾਵਰਸ ਜਿਹੜੀ ਹੈਗੀਆਂ ਨੇ ਜੋ ਗਵਰਨਮੈਂਟ ਆਫ ਇੰਡੀਆ ਦੇ ਕੋਲ ਹੈਗੀਆਂ ਨੇ, ਸਟੇਟ ਦੇ ਕੋਲ ਕਿਹੜੀ ਐਕਸਕਲੂਸਿਵ ਪਾਵਰਸ ਹੈਗੀਆਂ ਨੇ ਤੇ ਕਿਹੜੀ ਪਾਵਰਾਂ ਜਿਹੜੀ ਹੈਗੀਆਂ ਨੇ ਕਰੰਟ ਲਿਸਟ ਦੇ ਵਿੱਚ ਹੈਗੀਆਂ। ਲਾਅ ਐਂਡ ਆਰਡਰ ਬੇਸਿਕਲੀ ਇੱਕ ਸਟੇਟ ਸਬਜੈਕਟ ਹੈਗਾ ਹੈ ਕਿ ਜਿਹਦੇ 'ਚ ਆਮ ਤੌਰ ਤੇ, ਹਾਲਾਂਕਿ ਗਵਰਨਮੈਂਟ ਆਫ ਇੰਡੀਆ ਵੀ ਕਈ ਵਾਰ ਇਹਦੇ 'ਚ ਇੰਟਰਫੇਅਰ ਕਰਦੀ ਹੈ, ਲਾਅ ਐਂਡ ਆਰਡਰ ਬ੍ਰੇਕਡਾਊਨ ਹੋ ਗਿਆ ਇਸ ਗੱਲ ਦੇ ਉੱਤੇ ਪ੍ਰੈਜ਼ੀਡੈਂਸ ਰੂਲ ਵੀ ਲੱਗਦਾ ਰਿਹਾ ਹੈਗਾ ਕਈ ਵਾਰੀ, ਪਰ ਲਾਅ ਐਂਡ ਆਰਡਰ ਬੇਸਿਕਲੀ ਜਿਹੜੀ ਹੈਗੀ ਸਟੇਟ ਦੇ ਅਧਿਕਾਰ ਖੇਤਰ ਦੇ ਵਿੱਚ ਹੈਗੀ, ਸਟੇਟ ਦੀ ਆਪਣੀ ਪਾਵਰ ਹੈਗੀ ਹੈ। ਪਰ ਜੇ ਨੈਸ਼ਨਲ ਸਿਕਿਉਰਿਟੀ ਦੀ ਤੁਸੀਂ ਗੱਲ ਕਰੋ, ਨੈਸ਼ਨਲ ਸਿਕਿਉਰਿਟੀ ਐਂਡ ਲਾਅ ਐਂਡ ਆਰਡਰ ਦੋਨੋਂ ਵੱਖ-ਵੱਖ ਚੀਜ਼ਾਂ ਹੈਗੀਆਂ ਨੇ। ਨੈਸ਼ਨਲ ਸਿਕਿਉਰਿਟੀ ਨੂੰ ਮੇਨਟੇਨ ਕਰਨਾ, ਦੇਸ਼ ਦੀ ਸੋਵਰੇਨਿਟੀ ਜਿਹੜੀ ਹੈਗੀ ਹੈ, ਦੇਸ਼ ਦੀ ਜਿਹੜੀ ਇੰਟੀਗ੍ਰੇਸ਼ਨ ਹੈਗਾ ਹੈ, ਉਹ ਸਾਰੀ ਗੱਲਾਂ ਨੂੰ ਮੇਨਟੇਨ ਕਰਨਾ ਗਵਰਨਮੈਂਟ ਆਫ ਇੰਡੀਆ ਦਾ ਐਕਸਕਲੂਸਿਵ ਕਾਰਜ ਖੇਤਰ ਦੇ ਵਿੱਚ ਆਉਂਦੀ ਹੈ। ਇਸ ਕਰਕੇ ਮੈਂ ਸਮਝਦਾ ਹੈਗਾ ਇੱਥੇ ਜਿਹੜੀ ਗੱਲ ਆਈ ਗਵਰਨਮੈਂਟ ਆਫ ਇੰਡੀਆ ਨੇ ਕੀਤੀ ਹੈਗੀ ਹੈ, ਇਹ ਕੀਤੀ ਹੈ ਇਨ ਦ ਇੰਟਰਸਟ ਆਫ ਨੈਸ਼ਨਲ ਸਿਕਿਉਰਿਟੀ। ਇਹ ਨੋਟੀਫਿਕੇਸ਼ਨ ਕਹਿੰਦੇ ਇੱਕ ਲਾਈਨ ਦੇ ਨਾਲ ਵੀ ਨਹੀਂ ਕਹਿੰਦਾ ਹੈਗਾ ਕਿ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਹੋਇਆ ਹੈਗਾ, ਤੇ ਇਹ ਤੇ ਹੋ ਗਈ ਫੈਡਰਲਿਜ਼ਮ ਦੀ ਗੱਲ। ਦੂਜੀ ਗੱਲ ਆਉਂਦੀ ਹੈਗੀ ਹੈ ਜਿਹੜੀ ਕਈ ਵਾਰੀ ਗੱਲ ਆਈ ਹੈ ਕਿ ਸੈਂਟਰਲ ਫੋਰਸਿਸ ਨੂੰ ਜੇਲ੍ਹਾਂ ਦੀ ਸੁਰੱਖਿਆ ਦੇ ਵਿੱਚ ਲਾਇਆ ਜਾਏ ਤਾਂ ਕਿ ਜੇਲ੍ਹਾਂ ਦੇ ਵਿੱਚ ਡਰੱਗਸ ਜਿਹੜੇ ਹੈਗੇ ਨੇ ਉਹ ਨਾ ਜਾ ਸਕੇ। ਦੇਖੋ ਜੇਲ੍ਹ ਜਿਹੜੀ ਹੈਗੀ ਹੈ ਉਹਦੇ ਵਿੱਚ 2 ਪੈਰਾਮੀਟਰਸ ਹੁੰਦੇ ਹੈਗੇ ਨੇ। ਹਾਲਾਂਕਿ ਜਦੋਂ ਮੈਂ ਕਦੇ ਕਿਸੇ ਵੇਲੇ ਰਿਪੋਰਟ ਬਣਾਈ ਸੀ ਮੈਂ ਸੁਜੈਸਟ ਕੀਤਾ ਸੀ ਕਿ 3 ਪੈਰਾਮੀਟਰਸ ਰੱਖੋ। ਇੱਕ ਜੇਲ੍ਹ ਦੀ ਦੀਵਾਰ ਹੈਗੀ ਹੈ ਉਹਦੇ ਬਿਲਕੁਲ ਬਾਹਰ ਪਾਸੇ, ਇੱਕ ਕੁਝ ਹੋਰ ਮੀਟਰਸ ਦੇ ਬਾਹਰ 50, 60, 100 ਤੁਸੀਂ ਵੇਖ ਲਓ ਕਿੰਨੀ ਚਾਹੀਦੀ ਹੈਗੀ ਉੱਥੇ। ਔਰ ਤੀਜਾ ਹੁੰਦੀ ਹੈ ਜੇਲ੍ਹ ਦੇ ਅੰਦਰ ਦੀ ਸੁਰੱਖਿਆ। ਜੇਲ੍ਹ ਦੀ ਅੰਦਰ ਦੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਹੁੰਦੀ ਹੈਗੀ ਹੈ ਜੇਲ੍ਹ ਦਾ ਆਪਣਾ ਸਟਾਫ ਜਿਹੜਾ ਹੈਗਾ, ਵਾਰਡਰਸ ਵਗੈਰਾ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ। ਪੰਜਾਬ ਪੁਲਿਸ ਵੀ ਜਦੋਂ ਪਹਿਲੇ ਲੱਗੀ ਸੀ, ਉਹਨਾਂ ਦਾ ਜਿਹੜਾ ਆਊਟਰ ਪੈਰੀਮੀਟਰ ਹੈਗਾ ਹੈ, ਜੇਲ੍ਹਾਂ ਦੀ ਦੀਵਾਰ ਦੇ ਬਾਹਰ ਜਿਹੜਾ ਪੈਰੀਮੀਟਰ ਹੈਗਾ ਉਹਦੇ ਉੱਤੇ ਲੱਗੀ ਸੀ, ਜਿੱਥੇ ਕਿ ਹੁਣ ਗੱਲ ਆਈ BSF ਨੂੰ ਲਾ ਕੇ, ਜਿੱਥੇ ਕਿ ਕਾਫੀ ਸਾਰੀ ਸਾਡੀ ਜੇਲ੍ਹਾਂ ਜਿਹੜੀ ਹੈਗੀਆਂ ਨੇ ਪੰਜਾਬ ਦੇ ਵਿੱਚ ਉਹ ਹੁਣ ਆ ਚੁੱਕੀਆਂ ਨੇ ਸ਼ਹਿਰਾਂ ਦੀ ਆਬਾਦੀ ਦੇ ਵਿਚਕਾਰ, ਕਿਉਂਕਿ ਆਬਾਦੀ ਇੰਨੀ ਫੈਲ ਗਈ ਹੈਗੀ ਹੈ, ਸ਼ਹਿਰ ਇੰਨੇ ਫੈਲ ਗਏ ਹੈਗੇ ਨੇ ਕਿ ਉਹ ਜੇਲ੍ਹਾਂ ਜਿਹੜੀ ਹੈਗੇ ਨੇ ਸ਼ਹਿਰ ਦੀ ਆਬਾਦੀ ਦੇ ਵਿਚਕਾਰ ਆ ਗਿਆ। ਉਹਦੇ ਆਲੇ ਦੁਆਲੇ ਜਿਹੜੀ ਬਿਲਡਿੰਗ ਹੈਗੀ ਹੈ ਉਹਨਾਂ ਦੇ ਉੱਤੇ ਟੌਸਿੰਗ ਵੀ ਬਹੁਤ ਹੁੰਦੀ ਸੀ। ਜਿਹੜੇ ਪਲਾਸਟਿਕ ਦੀ ਬੋਤਲਾਂ ਹੁੰਦੀਆਂ ਨੇ ਕੋਲਡ ਡਰਿੰਕਸ ਵਗੈਰਾ ਦੇ, ਉਹਦੇ 'ਚ ਡਰਿੰਕ ਆਪਣਾ ਡਰੱਗਸ ਭਰ ਕੇ ਭੇਜ ਦਿੱਤੀਆਂ, ਜਿਹੜੀ ਕਿ ਜੇਲ੍ਹ ਦੀ ਦੀਵਾਰ ਹੈਗੀ ਹੈ ਉਹਦੇ ਅੰਦਰ ਜਾ ਕੇ ਟਿਕ ਗਈਆਂ, ਉਹ ਉੱਥੇ ਚਲੀ ਗਈਆਂ। ਓਕੇ ਸਰ, ਜੇ ਜੇਲ੍ਹ ਦੀ ਦੀਵਾਰ ਦੇ ਬਾਹਰ ਡਿੱਗੀਆਂ ਹੈਗੀਆਂ ਨੇ, ਪੁਲਿਸ ਨੇ ਚੱਕ ਕੇ ਉਹਦੇ ਤੇ ਇਨਫੋਰਮ ਕਰ ਸਕਦੇ ਹੈਗੇ ਨੇ, ਐਕਸ਼ਨ ਲੈ ਸਕਦੇ ਹੈਗੇ ਨੇ, ਪੰਜਾਬ ਪੁਲਿਸ ਨੂੰ ਦੱਸ ਸਕਦੇ ਹੈਗੇ ਨੇ ਇੱਥੇ ਮਿਲਿਆ, ਤੁਸੀਂ ਕੇਸ ਰਜਿਸਟਰ ਕਰੋ ਤੇ ਅੱਗੇ ਇੱਥੇ ਵਧੋ। ਪਰ ਜਿਹੜੀ ਕਿ ਜੇਲ੍ਹ ਦੇ ਪੈਰਾਮੀਟਰ ਦੇ ਵਿਚਕਾਰ ਡਿੱਗਦੀਆਂ ਹੈਗੀਆਂ ਨੇ, ਜਾਂ ਫਿਰ ਡਰੱਗਸ ਜਿਹੜੀ ਹੈਗੀਆਂ ਨੇ ਜਿਹੜੇ ਕਿ ਅੰਡਰ ਟਰਾਇਲ ਜਾਂ ਜਿਹੜੇ ਹੈਗੇ ਨੇ ਆਪਣੇ ਬੋਡੀ ਦੇ ਉੱਤੇ ਰੱਖ ਕੇ ਲੈ ਜਾਂਦੇ ਹੈਗੇ ਨੇ। ਯੂ ਲੈਟ ਯੂਰ ਇਮੈਜਿਨੇਸ਼ਨ ਗੋ ਵਾਈਲਡ, ਤੁਹਾਡੀ ਇਮੈਜਿਨੇਸ਼ਨ ਜਿਤਨੀ ਵੀ ਹੈਗੀ ਵਾਈਲਡ, ਤੁਸੀਂ ਜਾਣਦੇ ਹੋ ਕਿ ਕਿਹੜੇ ਕਿਹੜੇ ਤਰੀਕੇ ਉਹਨਾਂ ਨੇ ਨਹੀਂ ਵਰਤੇ ਹੈਗੇ ਨੇ ਜੇਲ੍ਹ ਦੇ ਵਿੱਚ ਡਰੱਗਸ ਲੈ ਜਾਣ ਤੇ। ਉੱਥੇ ਤਲਾਸ਼ੀ ਜਿਹੜੀ ਹੁੰਦੀ ਹੈਗੀ ਹੈ, ਦਿੱਲੀ ਦੇ ਵਿੱਚ ਸਿਸਟਮ ਫਿਰ ਵੀ ਥੋੜਾ ਠੀਕ ਸੀ। ਉੱਥੇ ਜਿਹੜੀ ਤਲਾਸ਼ੀ ਹੁੰਦੀ ਹੈਗੀ ਹੈ ਤਿਹਾੜ ਜੇਲ੍ਹ ਵਗੈਰਾ ਦੇ ਵਿੱਚ, ਉਹਦੇ 'ਚ ਫੋਰਸ ਆਮ ਤੌਰ ਤੇ ਲੱਗੀ ਹੁੰਦੀ ਹੈਗੀ ਹੈ ਜਿਨ੍ਹਾਂ ਨੂੰ ਆਪਣੀ ਹਿੰਦੀ ਨਹੀਂ ਆਉਂਦੀ ਹੈਗੀ ਹੈ। ਸਾਊਥ ਇੰਡੀਆ ਦੇ ਕੋਈ ਕੰਟਰੀ ਹੋ ਗਿਆ, ਕੋਈ ਆਪਣਾ ਪ੍ਰਦੇਸ਼ ਹੋ ਗਿਆ, ਨਾਗਾਲੈਂਡ ਫੋਰਸ ਹੋ ਗਈ ਜਾਂ ਕਿਤੇ ਹੋ ਗਈ, ਜਿਨ੍ਹਾਂ ਨੂੰ ਨਾ ਤਾਂ ਉਹਨਾਂ ਦੇ ਲੋਕਲ ਲਿੰਕਸ ਹੈਗੇ ਨਾ ਉਹਨਾਂ ਨੂੰ ਲੋਕਲ ਭਾਸ਼ਾ ਆਉਂਦੀ ਹੈ, ਤੇ ਇਸ ਕਰਕੇ ਉੱਥੇ ਸੁਪਰਵਿਜ਼ਨ ਥੋੜਾ ਚੰਗਾ ਸੀ। ਇੱਥੇ ਜਿਹੜਾ ਅਨਫੋਰਚੁਨੇਟਲੀ ਗੱਲ ਕੀ ਹੈਗੀ ਕਿ ਜਿਹੜਾ ਜੇਲ੍ਹ ਦਾ ਸਟਾਫ ਹੈਗਾ ਹੈ ਆਮ ਤੌਰ ਤੇ
ਇੰਨੀ ਲੰਬੀ ਟੈਨਿਓਰ ਉਹਨਾਂ ਦੀ ਹੋ ਜਾਂਦੀ ਹੈਗੀ ਕਿ ਯੂ ਕਾਂਟ ਇਮੇਜਿਨ। ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਉੱਥੇ ਉਹਨਾਂ ਦਾ ਰਿਕਰੂਟਮੈਂਟ ਹੋਇਆ, ਉੱਥੇ ਉਸੇ ਇਲਾਕੇ ਦੇ ਵਿੱਚ ਹੀ ਉਹਨਾਂ ਦੀ ਪੂਰੀ ਨੌਕਰੀ ਨਿਕਲ ਗਈ, ਉਸੇ ਇਲਾਕੇ ਦੇ ਵਿੱਚ ਉਹਨਾਂ ਦਾ ਰਿਟਾਇਰਮੈਂਟ ਹੋ ਗਿਆ। ਬਿਲਕੁਲ ਇਨਸਾਨ ਦਾ ਇੱਕ ਹੈਗਾ ਹੈ ਕਿ ਉਹ ਹਮੇਸ਼ਾ ਆਪਣੇ ਲਿੰਕਸ ਬਣਾ ਲੈਂਦਾ ਹੈਗਾ। ਇੰਨੀ ਬੁੱਧੀ ਹੈਗੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਇੱਥੇ ਨੇਚਰ ਦਾ ਹੈਗਾ, ਇਹਨੂੰ ਕਿਸ ਤਰੀਕੇ ਨਾਲ ਫਸਾਇਆ ਜਾ ਸਕਦਾ ਹੈ ਆਪਣੀ ਚਾਲ ਦੇ ਵਿੱਚ, ਆਪਣੇ ਕੰਮ ਦੇ ਵਿੱਚ ਇਸਤੇਮਾਲ ਕਰਨ ਲਈ। ਕਈ ਵਾਰੀ ਸੁਜੈਸਟ ਕੀਤਾ ਗਿਆ ਸੀ ਪੰਜਾਬ ਸਰਕਾਰਾਂ ਨੂੰ ਕਿ ਇਹ ਰੋਟੇਸ਼ਨ ਸ਼ੁਰੂ ਕਰੋ, ਕਿ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਵੈਸਟਡ ਇੰਟਰਸਟ ਹੋ ਗਏ ਨੇ ਆਪਣੇ, ਇਸ ਤਰ੍ਹਾਂ ਦੇ ਜਿਹੜਾ ਜੇਲ ਸਟਾਫ ਹੈਗਾ ਜਿਹਨਾਂ ਦੇ ਵੈਸਟਡ ਇੰਟਰਸਟ ਹੋ ਗਏ ਨੇ, ਉਹਨਾਂ ਨੂੰ ਤੁਸੀਂ ਇੰਟੈਲੀਜੈਂਸ ਤੋਂ ਉਹਨਾਂ ਦਾ ਪੂਰਾ ਵੈਰੀਫਾਈ ਕਰਾ ਕੇ ਉਹਨਾਂ ਦੇ ਐਂਟੀਸੀਡੈਂਟਸ ਵਗੈਰਾ ਤੇ ਉਹਨਾਂ ਦਾ ਇੱਕ ਰੋਟੇਸ਼ਨ ਰੱਖੋਗੇ। ਇੱਕ ਬੰਦਾ ਜਿਹੜਾ ਇੱਕ ਥਾਂ ਦੇ ਵਿੱਚ ਸਾਲ ਰਹਿ ਗਿਆ, 2 ਸਾਲ ਰਹਿ ਗਿਆ, ਤਾਂ ਉਹਨੂੰ ਇੱਕ ਇੱਥੇ ਦਾ ਬੰਦਾ ਜਿਹੜਾ ਹੈਗਾ ਪਟਿਆਲੇ ਦਾ, ਉਹਨੂੰ ਗੁਰਦਾਸਪੁਰ ਭੇਜ ਦਿੱਤਾ, ਗੁਰਦਾਸਪੁਰ ਦਾ ਜਿਹੜਾ ਹੈਗਾ ਉਹਨੂੰ ਕਿਤੇ ਬਠਿੰਡੇ ਭੇਜ ਦਿੱਤਾ ਗਿਆ। ਇਸ ਤਰ੍ਹਾਂ ਦਾ ਇੰਟਰ ਟ੍ਰਾਂਸਫਰ ਜਿਹੜਾ ਹੈਗਾ ਜ਼ਰੂਰੀ ਹੈਗਾ, ਉਹ ਟ੍ਰਾਂਸਫਰ ਨਹੀਂ ਹੁੰਦਾ ਹੈਗਾ। ਇਸ ਕਰਕੇ ਇਹਨਾਂ ਦੇ ਸਾਰਿਆਂ ਦੇ ਲਿੰਕਸ ਬਣ ਜਾਂਦੇ ਨੇ, ਔਰ ਲਿੰਕਸ ਇੱਥੇ ਹੀ ਨਹੀਂ ਬਣਦੇ ਹੈਗੇ ਨੇ। ਜਿਹੜਾ ਮੈਂ ਕਿਹਾ ਕਿ ਬੰਦੇ ਦੇ ਆਪਣੀ ਬੋਡੀ ਦੇ ਉੱਤੇ ਲੈ ਜਾਂਦੇ ਹੈਗੇ ਨੇ। ਤੁਸੀਂ ਕਿਸੇ ਨੇ ਅੱਜ ਤੱਕ ਨਜ਼ਰ ਰੱਖੀ ਹੈ ਬਖਸ਼ੀ ਖਾਨੇ 'ਚ ਕੀ ਹੁੰਦਾ ਹੈਗਾ? ਇਹ ਜਦੋਂ ਗੱਡੀਆਂ 'ਚ ਭਰ ਕੇ ਜਾਂਦੇ ਹੈਗੇ ਨੇ ਕੋਰਟ ਦੀ ਸੁਣਵਾਈ ਲਈ, ਜਾਂ ਜਦੋਂ ਆਉਂਦੇ ਹੈਗੇ ਨੇ ਕੀ ਹੁੰਦਾ ਹੈਗਾ? ਬਖਸ਼ੀ ਖਾਨੇ ਵੀ ਬਦਕਿਸਮਤੀ ਦੇ ਨਾਲ ਕਾਫੀ ਸਾਰੇ ਇਸ ਤਰ੍ਹਾਂ ਦੇ ਹੈਗੇ ਨੇ ਜਿੱਥੇ ਕਿ ਕਾਫੀ ਅਨਫੋਰਚੂਨੇਟ ਘਟਨਾਵਾਂ ਹੁੰਦੀਆਂ ਸਨ। ਸਾਡੇ ਨੋਟਿਸ ਦੇ ਵਿੱਚ ਵੀ ਆਇਆ ਸੀ, ਅਸੀਂ ਕਿਹਾ ਸੀ ਕਿ ਇਹਨਾਂ ਦਾ ਰੋਟੇਸ਼ਨ ਬਹੁਤ ਜ਼ਰੂਰੀ ਹੈਗਾ, ਇਹਨਾਂ ਦਾ ਜਿਹੜੀ ਨੈਕਸਸ ਹੈਗੀ, ਇਹਨਾਂ ਦਾ ਇੱਕ ਲੰਬਾ ਜਿਹੜਾ ਸਟੇ ਹੈਗਾ ਉਹਨੂੰ ਰੋਕਣ ਦੀ ਬਹੁਤ ਸਖਤ ਲੋੜ ਹੈਗੀ ਹੈ। ਉਹ ਗੱਲ ਜਿਹੜੀ ਹੈਗੀ ਅਨਫੋਰਚੂਨੇਟ ਹੁਣ ਵੀ ਚੱਲ ਰਹੀ ਹੈਗੀ ਹੈ। ਜਿਸ ਵੇਲੇ ਉਸ ਵੇਲੇ ਸੁਜੈਸ਼ਨ ਦਿੱਤੇ ਗਏ ਸਨ, ਉਹ ਸੁਜੈਸ਼ਨ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਵੀ ਬਿਲਕੁਲ ਵੈਲਿਡ ਹੈਗੇ ਨੇ। ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈਗੀ, ਉਹਨਾਂ ਤੇ ਇੰਪਲੀਮੈਂਟੇਸ਼ਨ ਕਰਨਾ ਚਾਹੀਦਾ ਹੈਗਾ। ਜੇ ਤੁਸੀਂ ਚਾਹੁੰਦੇ ਹੋ ਕਿ ਜੇਲ੍ਹ ਦੇ ਵਿੱਚ ਡਰੱਗਸ ਨਾ ਜਾਣ, ਔਰ ਫਿਰ ਜੇਲ੍ਹਾਂ ਦੇ ਵਿੱਚ ਡਰੱਗਸ ਜਾਣਗੀਆਂ ਜੇ ਬਾਹਰ ਸੁਸਾਇਟੀ ਦੇ ਵਿੱਚ ਹੈਗੀਆਂ ਨੇ। ਜੇ ਬਾਹਰ ਬਿਲਕੁਲ ਸੁਸਾਇਟੀ ਦੇ ਵਿੱਚ ਡਰੱਗਸ ਨਹੀਂ ਹੈਗੀਆਂ ਤਾਂ ਜੇਲ੍ਹਾਂ ਦੇ ਵਿੱਚ ਕਰਕੇ ਕਿਵੇਂ ਜਾਣਗੀਆਂ? ਤੋ ਬਿਲਕੁਲ ਜ਼ਰੂਰਤ ਹੈਗਾ ਕਿ ਬਾਹਰਲੀ ਸੁਸਾਇਟੀ ਦੇ ਵਿੱਚ ਵੀ ਡਰੱਗ ਕੰਟਰੋਲ ਕਰੋ, ਨਾਲ ਨਾਲ ਜੇਲ੍ਹਾਂ ਦੇ ਵਿੱਚ ਆਪ ਹੀ ਘੱਟ ਹੋ ਜਾਣਗੀਆਂ। ਔਰ ਜੇਲ੍ਹਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਜਿੱਥੇ ਤਲਾਸ਼ੀਆਂ ਹੁੰਦੀਆਂ ਹੈਗੀਆਂ ਨੇ ਜਾਂ ਬਖਸ਼ੀ ਖਾਨੇ ਦੇ ਵਿੱਚ ਜਿਹੜਾ ਡਿਪਲੋਇਮੈਂਟ ਹੁੰਦਾ ਹੈਗਾ, ਇਸ ਤਰ੍ਹਾਂ ਦੀ ਫੋਰਸ ਲਾਓ ਜਿਹੜੀ ਕਿ ਲੋਕਲ ਨਹੀਂ ਹੈਗੀ ਹੈ, ਜਿਹੜਾ ਕਿ ਕੋਈ ਲੋਕਲ ਕਿਸੇ ਬੰਦੇ ਦੇ ਪ੍ਰੈਸ਼ਰ ਦੇ ਥੱਲੇ ਨਹੀਂ ਆ ਸਕਦੀਆਂ। ਇਹ ਤਾਂ ਫਿਰ ਸ਼ਸ਼ੀਕਾਂਤ ਜੀ, ਫਿਰ ਗੱਲ ਉੱਥੇ ਹੀ ਆ ਗਈ ਕਿ ਲੋਕਲ ਫੋਰਸ ਨਹੀਂ ਕੰਮ ਕਰਦੀ ਤਾਂ ਫਿਰ ਕੇਂਦਰੀ ਫੋਰਸ ਹੋ ਗਈ ਜਾਂ ਕਿਸੇ ਹੋਰ ਸੂਬੇ ਦੀ। ਦਿੱਲੀੋਂ ਵੀ ਨਸ਼ਾ ਪੰਜਾਬ ਦੇ ਵਿੱਚ ਆਉਂਦਾ, ਹੋਰਨਾਂ ਸੂਬਿਆਂ ਤੋਂ ਵੀ ਆਉਂਦਾ। ਥੋੜਾ ਚਿਰ ਪਹਿਲਾਂ ਗੁਜਰਾਤ 'ਚ ਅਡਾਨੀ ਦੀ ਬੰਦਰਗਾਹ ਤੋਂ ਵੀ ਨਸ਼ਾ ਫੜਿਆ ਗਿਆ, ਉੱਥੇ ਹਾਲਾਂਕਿ ਦਾਇਰਾ ਘਟਾ ਦਿੱਤਾ ਗਿਆ। ਗੁਜਰਾਤ ਦੇ ਵਿੱਚ ਜਿਹੜਾ ਹਟਾਇਆ ਗਿਆ ਹੈਗਾ ਉਹ ਸੀ ਇੱਕ ਸੀ ਪੋਰਟ। ਇਹ ਜਿਹੜਾ ਅਸੀਂ ਗੱਲ ਕਰਦੇ ਹੈਗੇ ਨੇ, ਜਿਹੜਾ ਦਾਇਰੇ ਦੀ ਗੱਲ ਹੈਗੀ, ਇਹ ਹੈਗਾ ਅਲੋਂਗ ਦਾ ਇੰਟਰਨੈਸ਼ਨਲ ਬਾਰਡਰ। ਜਿਹੜਾ ਮੁੰਦਰਾ ਪੋਰਟ ਦੇ ਵਿੱਚ ਆਇਆ ਹੈਗਾ ਇੰਨਾ ਜ਼ਿਆਦਾ ਨਸ਼ਾ ਉੱਥੇ, ਉਹ ਉੱਥੇ BSF ਨਹੀਂ ਸੀ। ਉੱਥੇ ਹੋਣਗੀਆਂ ਕਸਟਮ ਹੋਣਗੀਆਂ, ਉੱਥੇ ਦੂਜੀ ਪੁਲਿਸ ਹੋਏਗੀ, ਇਸ ਤਰ੍ਹਾਂ ਦੀ ਏਜੰਸੀ, ਪੋਰਟ ਦੀ ਏਜੰਸੀਜ਼ ਦੇ ਬੰਦੇ ਹੋਣਗੇ। ਔਰ ਇਹਦੇ ਵਿੱਚ ਤੋਂ ਤੁਸੀਂ ਪੜ੍ਹਿਆ ਹੈਗਾ ਕਿ ਉੱਥੇ ਜਿਹੜਾ ਆਇਆ ਹੈਗਾ ਡਰੱਗਸ ਵਗੈਰਾ, ਅਲਟੀਮੇਟਲੀ ਦਿੱਲੀ ਦੇ ਵਿੱਚ ਵੀ ਇਨਵੈਸਟੀਗੇਸ਼ਨ ਚੱਲ ਰਿਹਾ ਹੈਗਾ। ਕਹਿੰਦੇ ਹੈਗੇ ਨੇ ਕਿ ਸ਼ਾਇਦ ਦਿੱਲੀ ਦੇ ਕੁਝ ਬੰਦੇ ਸਨ ਜਿਨ੍ਹਾਂ ਨੇ ਆਪਣਾ ਇਨਵੈਸਟਮੈਂਟ ਕੀਤਾ ਸੀ, ਜਾਂ ਜਿੱਥੇ ਕਿ ਡਰੱਗ ਦਾ ਇੱਕ ਹਿੱਸਾ ਜਿਹੜਾ ਹੈਗਾ ਉਹਨਾਂ ਦੇ ਕੋਲ ਪੁੱਜਣਾ ਸੀ। ਬੇਸਿਕਲੀ ਇਟਸ ਆਲ ਅ ਵਿਸ਼ਸ ਸਰਕਲ, ਜਿਹਦੇ ਵਿੱਚ ਨਾ ਸਿਰਫ ਸਟੇਟ ਸਰਕਾਰਾਂ ਨੂੰ ਬਲਕਿ ਸਟੇਟ ਸਰਕਾਰਾਂ ਤੋਂ ਜ਼ਿਆਦਾ ਭਾਰਤ ਦੀ ਸਰਕਾਰ ਜਿਹੜੀ ਹੈਗੀ ਹੈ, ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਹੈ, ਉਹਨਾਂ ਨੂੰ ਨੋਟਿਸ ਲੈਣ ਦੀ ਲੋੜ ਹੈਗੀ। ਕਈ ਵਾਰੀ ਮੈਂ ਕੋਸ਼ਿਸ਼ ਵੀ ਕੀਤੀ, ਈਮੇਲਸ ਵਗੈਰਾ ਵੀ ਲਿਖੀਆਂ ਸਨ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਪਾਵਰਫੁਲ ਬੰਦੇ ਹੈਗੇ ਨੇ ਕਿ ਇਹ ਜਿਹੜਾ ਹੈਗਾ ਡਰੱਗ ਨੈਕਸਸ ਦੇ ਬਾਰੇ ਕੁਝ ਕਰਨਾ ਚਾਹੀਦਾ ਹੈ। ਬਦਕਿਸਮਤੀ ਹੈਗੀ ਕਿ ਉਸ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਮਿਲੀ। ਜੀ ਬਿਲਕੁਲ। ਮੇਰਾ ਆਖਰੀ ਸਵਾਲ ਇਹ ਹੈ ਕਿ ਜਦੋਂ ਪੰਜਾਬ ਸਰਕਾਰ ਨਸ਼ਿਆਂ ਦੀ ਗੱਲ ਕਰਦੀ ਹੈ, ਤੁਸੀਂ ਵੀ ਇਸ ਮੁੱਦੇ ਨੂੰ ਕਾਫੀ ਉਭਾਰਿਆ, ਇਸ ਮਸਲੇ ਦੇ ਵਿੱਚ ਚੱਲ ਰਹੀਆਂ ਹਾਈ ਕੋਰਟ ਦੇ ਵਿੱਚ ਕਾਰਵਾਈਆਂ ਚੱਲ ਰਹੀਆਂ ਕਿ ਕੀ ਨਸ਼ਿਆਂ ਤੇ ਕੰਟਰੋਲ ਕਰਨ ਦੇ ਲਈ ਪੰਜਾਬ ਪੁਲਿਸ ਉਨੀ ਮੁਕੰਮਲ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਹੈ, ਉਨੀ ਤਾਕਤਵਰ ਨਹੀਂ ਹੈਗੀ, ਜਾਂ ਫਿਰ ਮਿਲੀ ਭੁਗਤ ਜਿਹੜੀ ਹੈ ਉਹ ਸਪਸ਼ਟ ਜਿੱਥੇ ਜਿੱਥੇ ਨਜ਼ਰ ਆਉਂਦੀ ਹੈ ਉਹ ਤਾਂ ਸਮੇਂ ਨਾਲ ਸਾਹਮਣੇ ਆ ਹੀ ਜਾਂਦੀ ਹੈ। ਪਰ ਇਹਦੇ ਵਿਚਾਲੇ ਇਹਨਾਂ ਨਸ਼ਾ ਤਸਕਰਾਂ ਤੇ ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਲੱਕ ਭੰਨ ਦਿੱਤਾ, ਅੱਜ ਦੀ ਘੜੀ 'ਚ ਕੀ ਮੰਨਦੇ ਹੋ ਕਿ ਲੱਕ ਭੰਨਿਆ ਗਿਆ, ਜਾਂ ਫਿਰ ਜੇ ਲੱਗਦਾ ਕਿ ਨਹੀਂ ਭੰਨਿਆ ਗਿਆ ਤੇ ਕਿੰਨਾ ਕੁ ਸਮਾਂ ਹੋਰ ਲੱਗ ਜਾਣਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ? ਦੇਖੋ, ਜਿਹੜੇ ਅੱਜ ਦੇ ਹਾਲਾਤ ਹੈਗੇ ਨੇ ਉਹਦੇ ਨਾਲ ਤੇ ਮੈਂ ਸ਼ਰਮਸਾਰ ਹੋ ਕੇ ਕਹਿਣਾ ਹੈਗਾ ਕਿ ਮੈਨੂੰ ਨਹੀਂ ਜਾਪਦਾ ਪੰਜਾਬ ਦੇ ਵਿੱਚ ਨਸ਼ਿਆਂ ਦੀ ਕੋਈ ਰੋਕ ਹੋ ਸਕਦੀ ਹੈ।
ਜਦੋਂ ਵੀ ਤੁਸੀਂ ਗੱਲਾਂ ਕੀਤੀਆਂ ਕਿ ਲੱਖ ਜਿਹੜੀ ਹੈਗੀ ਹੈ ਪੰਨ ਦਿੱਤੀ, ਤੁਸੀਂ ਇਹਨੂੰ ਤੁਸੀਂ ਐਨਾਲਾਈਜ਼ ਕਰੋ। ਜਦੋਂ ਜਦੋਂ ਵੀ ਕੋਰਟ ਵੱਲੋਂ ਪ੍ਰੈਸ਼ਰ ਪਿਆ ਕਿ ਇਸ ਵੱਲੇ ਇਸ ਮੁੱਦੇ ਤੇ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ, ਹਫ਼ਤਾ 10 ਦਿਨ ਵਿੱਚ 35,000 ਫੜ ਦਿੱਤੇ, ਕਿਸੇ ਨੇ 15,000 ਫੜ ਲਿੱਤੇ, ਜੇਲ੍ਹਾਂ ਦੇ ਵਿੱਚ ਜਿਹੜਾ ਬੰਦਾ ਮਿਲਦਾ ਹੈਗਾ ਤੱਕ ਦਿੱਤਾ ਗਿਆ। ਮੈਨੂੰ ਨਹੀਂ ਪਤਾ ਕਿੰਨੇ ਬੰਦੇ ਉਹਦੇ 'ਚ ਰੀਅਲੀ ਇਨਵੋਲਵ ਸਨ। ਹੋ ਸਕਦਾ ਹੈਗਾ ਕਿ ਜ਼ਿਆਦਾਤਰ ਬੰਦੇ ਉਹਦੇ ਵਿੱਚ ਨੈਚੁਰਲੀ ਅਲਟੀਮੇਟ ਕੰਜ਼ਿਊਮਰ ਸਨ, ਜਿਹਦੇ ਨੇ ਮਾੜੇ ਮੋਟੇ ਲੈ ਕਰਕੇ ਨਸ਼ੇ ਕਰਦੇ ਹੈਗੇ ਨੇ, ਜਿਨ੍ਹਾਂ ਨੂੰ ਮੈਂ ਸਮਝਦਾ ਹੈਗਾ ਕਿ ਉਹ ਬੇਸਿਕਲੀ ਬਿਮਾਰ ਹੈਗੇ ਨੇ। ਉਹਨਾਂ ਨੂੰ ਇੱਕ ਮੈਡੀਕੇਸ਼ਨ ਦੀ ਲੋੜ ਹੈਗੀ ਹੈ, ਡੀ ਐਡਿਕਸ਼ਨ ਕਰੋ, ਉਹਨਾਂ ਦਾ ਕਾਉਂਸਲਿੰਗ ਕਰਨ ਦੀ ਲੋੜ ਹੈਗੀ ਹੈ। ਉਹ ਜਿਹੜੇ ਹੈਗੇ ਨੇ ਵਿਕਟਿਮਸ ਹੈਗੇ ਨੇ, ਨਾ ਕਿ ਮੈਂ ਸਮਝਣਾ ਹੈਗਾ, ਮੈਨੂੰ ਨਹੀਂ ਜਾਪਦਾ ਉਹਦੇ 'ਚ ਕੋਈ ਵੱਡਾ ਡਰੱਗ ਸਮਗਲਰ ਜਾਂ ਡਰੱਗ ਬੈਰਨ ਵਗੈਰਾ ਫੜਿਆ ਗਿਆ ਹੈਗਾ। ਉੱਥੇ ਜਾਂ ਨਾਲ ਤੁਸੀਂ ਗੱਲ ਕਰ ਰਹੇ ਹੈਗੇ ਹੋ ਕਿ ਡਰੱਗ ਲਿੰਕ ਜਿਹੜਾ ਹੈਗਾ ਸਰਕਾਰਾਂ ਕਹਿੰਦੀਆਂ ਨੇ ਫੰਡ ਦਿੱਤੀਆਂ ਗਈਆਂ। ਮੈਨੂੰ ਦੱਸੋ ਕਿ ਕਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਦੇ ਕੋਲ ਇੰਨਾ ਪੈਸਾ ਹੈਗਾ ਕਿ ਉਹ ਡਰੱਗ ਸਪਲਾਈ ਲੈ ਸਕਦੇ ਹੈਗੇ ਨੇ, ਉਹਦੇ ਪੈਸਾ ਖਰਚ ਕਰ ਸਕਦੇ ਹੈਗੇ ਨੇ? ਕਿੰਨੇ ਬੰਦੇ ਇਸ ਤਰ੍ਹਾਂ ਦੇ ਫੜੇ ਗਏ? ਇਹਦੇ ਇਲਾਵਾ ਅਸੀਂ ਹਮੇਸ਼ਾ ਗੱਲ ਕਰਨੇ ਆ ਸਿਕਿਉਰਿਟੀ ਫੋਰਸਿਸ ਦੀ, ਉਹਦੇ 'ਚ ਨੈਕਸਸ ਹੈਗੀ ਹੈ। ਸਿਕਿਉਰਿਟੀ ਫੋਰਸਿਸ ਦੇ ਕਿੰਨੇ ਬੰਦੇ ਫੜੇ ਗਏ? ਤੁਸੀਂ ਜਨਤਾ ਨੂੰ ਤੇ ਤੱਕ ਦਿੱਤਾ ਜੇਲ੍ਹ ਦੇ ਵਿੱਚ, ਪਰ ਜਿਹੜੇ ਕਿ ਅਲਟੀਮੇਟ ਕੰਜ਼ਿਊਮਰ ਸਨ, ਮੋਸਟ ਆਫ ਦੈਮ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਬਿਮਾਰ ਸਨ, ਜਿਨ੍ਹਾਂ ਨੂੰ ਇੱਕ ਇਲਾਜ ਦੀ ਲੋੜ ਹੈਗੀ ਹੈ, ਪਰ ਜਿਹੜੇ ਕਿ ਫਾਈਨੈਂਸਰਸ ਹੈਗੇ ਨੇ, ਜਿਨ੍ਹਾਂ ਨੇ ਪੈਸਾ ਲਾ ਕਰਕੇ ਪੂਰਾ ਡਰੱਗ ਰੈਕਟ ਚਲਾਉਂਦੇ ਹੈਗੇ ਨੇ, ਜਾਂ ਇਸ ਤਰ੍ਹਾਂ ਦੇ ਕਰਮਚਾਰੀ ਸਿਕਿਉਰਿਟੀ ਫੋਰਸਿਸ ਦੇ ਸਿਕਿਉਰਿਟੀਜ਼ ਦੀ ਵੀ ਲਿੰਕ ਉਹਨਾਂ ਦੇ ਨਾਲ ਹੈਗਾ। ਕਿਸ ਤਰ੍ਹਾਂ ਦੇ ਬੰਦੇ ਕਿੰਨੇ ਫੜੇ ਗਏ ਹੈਗੇ ਨੇ, ਕਿੰਨੇ, ਕੋਈ ਡੇਟਾ ਹੈਗਾ ਸਰਕਾਰਾਂ ਦੇ ਕੋਲ? ਲੈਟਸ ਗਿਵ them the data। ਅਦਾਲਤਾਂ ਦੇ ਵਿੱਚ ਕੇਸ ਚੱਲਿਆ, ਅਦਾਲਤਾਂ 'ਚ ਦੇ ਦੇਣ ਕਿ ਜੇ ਉਹਨਾਂ ਦੇ ਕਹਿੰਦੇ ਨੇ ਇੰਨੇ ਪਰਸਨ ਦੇ ਦੇ, ਇੰਨੇ ਜਿਹੜੇ ਹੈਗੇ ਨੇ ਸਿਕਿਉਰਿਟੀ ਫੋਰਸ ਦੇ ਬੰਦੇ ਫੜੇ ਗਏ ਤੇ ਇੰਨੇ ਬੰਦੇ ਜਿਹੜੇ ਹੈਗੇ ਜਿਹੜੇ ਫਾਈਨੈਂਸਿਸ ਉਹ ਫੜੇ ਗਏ, ਕਿਉਂ ਨਹੀਂ ਦਿੰਦੇ ਹੈਗੇ ਨੇ ਕੋਰਟ ਨੂੰ ਦੇਣ? ਬਿਲਕੁਲ ਬਿਲਕੁਲ, ਸਵਾਲ ਬਹੁਤ ਸਰਕਾਰ ਤੇ ਉੱਠਦੇ ਨੇ। ਅਖੀਰ ਵਿੱਚ ਜਾਂਦੇ ਜਾਂਦੇ ਥੋੜਾ ਇਹ ਦੱਸਿਓ ਕਿ ਡੀਐਸਐਫ, ਜੇ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਇਹ ਤਾਂ 3 ਲਾਈਨਾਂ ਦਾ ਨੋਟੀਫਿਕੇਸ਼ਨ ਹੈ, ਅੱਗੋਂ ਨੋਟੀਫਿਕੇਸ਼ਨ ਦੇ ਵਿੱਚ ਜੇ ਤਾਕਤਾਂ ਵਧਾ ਦਿੱਤੀਆਂ ਗਈਆਂ, ਜੇ ਉਸ ਫੋਰਸ ਦੀਆਂ ਤਾਕਤਾਂ ਵਧਾਉਣ ਦੇ ਨਾਲ ਕੀ ਪੰਜਾਬ ਨੂੰ ਵਾਕਈ ਕੋਈ ਨੁਕਸਾਨ ਹੋ ਸਕਦਾ ਹੈ? ਕੀ ਪੰਜਾਬ ਪੁਲਿਸ ਨੂੰ ਵਾਕਈ ਜਿਹੜਾ ਉਹਦੀ ਤਾਕਤ ਖੋਹ ਲਈ ਜਾਏਗੀ, ਕੀ ਉਹਨੂੰ ਸੀਮਤ ਕਰ ਦਿੱਤਾ ਜਾਏਗਾ? ਮੈਨੂੰ ਨਹੀਂ ਜਾਪਦਾ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਜਦੋਂ ਡੀਟੇਲ ਆਏਗਾ ਨੋਟੀਫਿਕੇਸ਼ਨ ਦਾ, ਜੇ ਉਹਦੇ 'ਚ ਕੋਈ ਇਹ ਲਾਈਨ ਹੈਗੀ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਸਲੇ ਹੈਗੇ ਨੇ, ਉਹਦੇ 'ਚ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਇੰਟਰਫੇਅਰ ਕਰ ਹੀ ਨਹੀਂ ਸਕਦੀ ਹੈਗੀ, ਇਨਵੈਸਟੀਗੇਸ਼ਨ ਕਰ ਹੀ ਨਹੀਂ ਸਕਦੀ, ਅਰੈਸਟ ਕਰ ਹੀ ਨਹੀਂ ਸਕਦੀ, ਤਾਂ ਮੈਂ ਸਮਝਾਂਗਾ ਸੈਂਟਰਲ ਗਵਰਨਮੈਂਟ ਦੀ ਪੂਰੀ ਇੱਕ ਸਾਜ਼ਿਸ਼ ਹੈਗੀ ਹੈ। ਪਰ ਜਦੋਂ ਤੱਕ ਪੂਰਾ ਇਹ ਨੋਟੀਫਿਕੇਸ਼ਨ ਨਹੀਂ ਆਉਂਦਾ ਹੈਗਾ ਕਿ ਪੁਲਿਸ ਜਿਹੜੀ ਹੈਗੀ ਉਹਦਾ ਕੰਮ ਵੀ ਹੈਗਾ ਲਾਅ ਐਂਡ ਆਰਡਰ ਮੇਨਟੇਨ ਕਰਨਾ, ਸਮਗਲਿੰਗ ਨੂੰ ਰੋਕਣਾ ਵੀ ਕੰਮ ਹੈ ਪੁਲਿਸ ਦਾ ਵੀ ਹੈਗਾ ਹੈ। ਤੁਸੀਂ ਨਹੀਂ ਕਹਿ ਸਕਦੇ ਕਿ ਪੁਲਿਸ ਜਿਹੜੀ ਅੱਜ ਦੇ ਬਾਅਦ ਡਰੱਗ ਸਮਗਲਿੰਗ ਦਾ ਕੰਮ ਨਹੀਂ ਵੇਖੇਗੀ, ਤੇ ਦੇਸ਼ ਦੇ ਵਿੱਚ ਜਿਹੜੇ ਅੰਦਰ ਸਪਾਈ ਰੈਕਟਸ ਆ ਰਹੇ ਹੈਗੇ ਨੇ ਉਹਨਾਂ ਦੇ ਵਿੱਚ ਨਹੀਂ ਵੇਖੇਗੀ, ਉਹਨਾਂ ਦੇ ਵੱਲ ਨਜ਼ਰ ਵੀ ਨਹੀਂ ਉਠਾਏਗੀ। ਜੇ ਇਸ ਤਰ੍ਹਾਂ ਦੀ ਗੱਲ ਕਰਦਾ ਹੈਗਾ ਤਾਂ ਮੈਂ ਸਮਝਦਾ ਹੈਗਾ ਕਿ ਨੋਟੀਫਿਕੇਸ਼ਨ ਦੇ ਜਿਹੜੇ ਡਿਟੇਲਸ ਆਉਣਗੇ ਦੇ ਵਿਲ ਬੀ ਐਬਸੋਲੂਟਲੀ ਡਿਜ਼ਾਸਟਰਸ। ਜੀ, ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਸਰ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਜੀ। ਅਸੀਂ ਗੱਲਬਾਤ ਕੀਤੀ ਹੈ ਕਿ ਬੀਐਸਐਫ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਖਤਰਾ ਹੋ ਸਕਦਾ ਹੈ ਜਾਂ ਨਹੀਂ, ਕੋਈ ਪ੍ਰੋਪੇਗੈਂਡਾ ਚੱਲ ਰਿਹਾ ਜਾਂ ਚਰਚਾਵਾਂ ਜਿਵੇਂ ਦੀਆਂ ਨੇ। ਪੰਜਾਬ ਪੁਲਿਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਲਗਾਤਾਰ ਉੱਠਦੇ ਰਹਿੰਦੇ ਨੇ ਕਿ ਨਸ਼ਿਆਂ ਤੇ ਨੱਥ ਪਾਉਣ ਦੇ ਲਈ ਜੇ ਬਾਰਡਰ ਤੋਂ ਟੱਪ ਕੇ ਆ ਵੀ ਜਾਂਦਾ ਹੈ ਤਾਂ ਇੱਥੇ ਲੋਕਾਂ ਦੇ ਘਰਾਂ ਤੱਕ, ਗਲੀਆਂ ਮੁਹੱਲਿਆਂ ਤੱਕ ਕਿੱਦਾਂ ਪਹੁੰਚ ਜਾਂਦਾ? ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।